ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਣਗੇ। ਆਪਣਾ ਜਿਹੜਾ ਵਿਸ਼ਾ ਚੱਲਦਾ ਆ ਰਿਹਾ ਹੈ, ਗੁਰਬਾਣੀ ਦੇ ਵਿੱਚ ਪਾਠ ਜਿਹੜਾ ਲਫ਼ਜ਼ ਆਇਆ ਹੈ, ਗੁਰਬਾਣੀ ਦੇ ਨਾਲ ਆਪਾਂ ਉਹਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਦੇਖੋ, ਜਿਹੜੇ ਕੰਮ ਆਪਾਂ ਕਈ ਚਿਰਾਂ ਤੋਂ ਕਰਦੇ ਆ ਰਹੇ ਹਾਂ, ਜਿਹੜੇ ਸਾਨੂੰ ਸ਼ੁਰੂ ਚ ਸਾਡੇ ਮਾਪਿਓ ਦੁਆਰਾ ਔਰ ਜਿਹੜੇ ਸਾਡੇ ਆਲੇ ਦੁਆਲੇ ਸਾਨੂੰ ਗੁਰਮਤਿ ਸਿਖਾਉਣ ਵਾਲੇ ਸੀ, ਉਹਨਾਂ ਨੇ ਸਾਨੂੰ ਇਹ ਇਸ ਤਰ੍ਹਾਂ ਹੀ ਦ੍ਰਿੜਾਏ ਨੇ ਤੇ ਉਹ ਅਸੀਂ ਪੱਕੇ ਕਰ ਲਏ। ਅੱਛੀ ਗੱਲ ਹੈ, ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਆਪਾਂ ਉਹਨਾਂ ਨੂੰ ਨਕਾਰਦੇ ਨਹੀਂ ਆ ਕੰਪਲੀਟਲੀ, ਲੇਕਿਨ ਉਹਨੂੰ ਬਾਣੀ ਦੀ ਕਸਵੱਟੀ ਤੇ ਜ਼ਰੂਰ ਆਪਾਂ ਲੈ ਕੇ ਆਉਣਾ ਕਿ ਹਾਂਜੀ ਇਹ ਵਿਚਾਰ ਸਾਨੂੰ ਫਲਾਣੇ ਕਥਾਵਾਚਕ ਨੇ ਦਿੱਤਾ ਸੀ। ਬਾਣੀ ਦੀ ਕਸਵੱਟੀ ਤੇ ਉਹਨੂੰ ਆਪਾਂ ਜ਼ਰੂਰ ਵਾਚਣਾ ਹੈ, ਤੋਲਣਾ ਹੈ ਉਹਨੂੰ। ਅੱਜ ਦੇ ਬ੍ਰਹਮ ਗਿਆਨ ਦੇ ਵਿੱਚ ਜਿਹੜਾ ਆਪਾਂ ਸ਼ਬਦ ਸਾਂਝਾ ਕਰਨ ਲੱਗੇ ਹਾਂ, ਉਹਦੇ ਚ ਕਾਫੀ ਗੱਲਾਂ ਐਸੀਆਂ ਆਉਣਗੀਆਂ ਤੇ ਸਾਨੂੰ ਲੱਗੇਗਾ ਵੀ ਇਹ ਗੁਰਮਤਿ ਤੋਂ ਉਲਟ ਜਾ ਰਿਹਾ ਕੰਮ, ਵੀ ਇਹ ਅਪਾਰਦੀਪ ਸਿੰਘ ਕੀ ਬੋਲੀ ਜਾ ਰਿਹਾ। ਅਸੀਂ ਇਹ ਬੋਲਣ ਲੱਗਿਆਂ ਵੀ ਔਰ ਵਿਚਾਰਨ ਲੱਗਿਆਂ ਵੀ ਬਹੁਤ ਧਿਆਨ ਦੇ ਨਾਲ ਚੱਲਦੇ ਹਾਂ। ਜਿਹੜੀਆਂ ਵੀ ਗੱਲਾਂ ਕਰਦੇ ਆ ਉਹਨਾਂ ਨੂੰ ਲੇਮੈਨ ਲੈਂਗੁਏਜ ਦੇ ਵਿੱਚ ਗੁਰਬਾਣੀ ਚੋਂ ਹੀ ਆਪਾਂ ਕੱਢ ਕੇ ਲੈ ਕੇ ਆਉਣੇ। ਸੋ ਇਸ ਚੀਜ਼ ਤੇ ਬਹੁਤਾ ਕਈ ਵਾਰੀ ਕਈ ਸੱਜਣ ਪਿਆਰੇ ਸਾਡੇ ਗੁੱਸਾ ਵੀ ਕਈਆਂ ਨੂੰ ਆਇਆ, ਕਈਆਂ ਨੇ ਬੋਲ ਕੇ ਵਿਚਾਰ ਵੀ ਕੀਤੀ ਹੈ ਵੀ ਭਾਈ ਸਾਹਿਬ ਏਦਾਂ ਨਾ ਕਿਹਾ ਕਰੋ, ਵੀ ਅਸੀਂ ਤਾਂ ਫਲਾਣੇ ਸੰਤਾਂ ਦੇ ਜਾਣੇ ਆ, ਉਹ ਇਸ ਤਰ੍ਹਾਂ ਕਹਿੰਦੇ ਆ ਵੀ ਆਹ ਸ਼ਬਦਾਂ ਦੇ ਪਾਠ ਕਰੋ। ਫਿਰ ਆਪਾਂ ਫਰਜ਼ ਕਰ ਲਓ, ਜਿਵੇਂ ਕਿਹਾ ਸੀ ਵੀ ਗੁਰੂ ਨਾਨਕ ਬਾਬੇ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ, ਸਾਡਾ ਗੁਰਬਾਣੀ ਗੁਰੂ ਸਾਨੂੰ ਦੱਸ ਰਿਹਾ ਕਿ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ। ਇਹ ਵੀ ਗੁਰਬਾਣੀ ਦੀ ਤੁਕ ਹੈ ਔਰ ਮਹੱਲੇ ਪਹਿਲੇ ਦੀ ਤੁਕ ਹੈ। ਅੱਜ ਦਾ ਵੀ ਅਸੀਂ ਇਹ ਜਿਹੜਾ ਸ਼ਬਦ ਮਹੱਲੇ ਪਹਿਲੇ ਦਾ, ਸੋ ਇਹ ਜਦੋਂ ਆਪਾਂ ਵਿਚਾਰ ਕਰਦੇ ਹਾਂ ਸੋ ਕਾਲਡ ਸੰਤਾਂ ਦੇ ਉੱਤੇ, ਥੋੜਾ ਬਹੁਤ ਆਪਾਂ ਲੇਮਨ ਲੈਂਗੁਏਜ ਦੇ ਵਿੱਚ ਆਪਣੀ ਪੰਜਾਬੀ ਬੋਲੀ ਦੇ ਵਿੱਚ ਗੱਲ ਕਰਦੇ ਹਾਂ ਤੇ ਥੋੜਾ ਜਿਹਾ ਉਹ ਕਈ ਵਾਰੀ ਮਨ ਨੂੰ ਸੱਟ ਵੱਜਦੀ ਹੈ ਵੀ ਮੈਂ ਤਾਂ ਉੱਥੇ ਉਹਨਾਂ ਦੇ ਜਾਂਦਾ ਰਿਹਾ, ਉਹ ਤਾਂ ਬੜੇ ਚੜ੍ਹਦੀ ਕਲਾ ਵਾਲੇ ਨੇ। ਉਹ ਤੁਸੀਂ ਡਿਸਾਈਡ ਕਰਨਾ, ਤੁਹਾਡੀ ਆਪਣੀ ਮਰਜ਼ੀ ਹੈ, ਲੇਕਿਨ ਅਸੀਂ ਜੋ ਸਾਡੇ ਸਾਹਮਣੇ ਗੁਰਬਾਣੀ ਦੀ ਤੁਕ ਆਏਗੀ, ਗੁਰਬਾਣੀ 'ਚ ਸਬਜੈਕਟ ਆਏਗਾ, ਉਹਨੂੰ ਅਸੀਂ ਜਿਸ ਤਰ੍ਹਾਂ ਗੁਰਬਾਣੀ ਸਾਨੂੰ ਗਾਈਡ ਕਰਦੀ ਆ ਉਸੇ ਤਰ੍ਹਾਂ ਖੋਲਣ ਦੀ ਕੋਸ਼ਿਸ਼ ਕਰਨੀ ਆ। ਅੱਜ ਦਾ ਸ਼ਬਦ ਆਪਾਂ ਪਿਛਲੀ ਵਾਰੀ ਕਿਹਾ ਸੀ ਵੀ ਇਹ ਇੰਪੋਰਟੈਂਟ ਹੈ, ਬਹੁਤ ਹੀ ਇੰਪੋਰਟੈਂਟ ਹੈ। ਅੱਜ ਦਾ ਸ਼ਬਦ ਹੈ, ਪਹਿਲਾਂ ਆਪਾਂ ਰਹਾਉ ਦੀ ਤੁਕ ਵਿਚਾਰਦੇ ਹਾਂ, ਜਿੱਦਾਂ ਆਪਣੀ ਜਿਹੜੀ ਵਿਧੀ ਅਨੁਸਾਰ ਆਪਾਂ ਗੁਰਬਾਣੀ ਕਰਦੇ ਵੀ ਰਹਾਉ ਜਿਹੜਾ ਹੈ ਉਹ ਤੱਤ ਹੁੰਦਾ ਸਾਰੇ ਸ਼ਬਦ ਦਾ, ਔਰ ਸਾਰੇ ਸਟੈਂਜ਼ੇ ਜਾਂ ਸਾਰੀਆਂ ਤੁਕਾਂ, ਚਾਹੇ ਉਹ 3 ਨੇ ਚਾਹੇ 4 ਨੇ, ਉਹਨਾਂ ਦਾ 1 ਨੰਬਰ 2 ਨੰਬਰ, ਸਾਰੀਆਂ ਤੁਕਾਂ ਉਹ ਰਹਾਉ ਦੇ ਤੱਤ ਦੇ ਇਰਦ ਗਿਰਦ ਘੁੰਮਦੀਆਂ ਨੇ ਔਰ ਰਹਾਉ ਦੇ ਵਿੱਚ ਆ ਕੇ ਸਮਾਉਂਦੀਆਂ ਨੇ। ਹੁਣ ਇੱਥੇ ਕੀ ਹੈ, ਪਾਂਡੇ ਐਸਾ ਬ੍ਰਹਮ ਵਿਚਾਰ, ਇਹ ਸ਼ਬਦ ਹੈ ਆਸਾ ਮਹੱਲਾ ਪਹਿਲਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 355। ਪਾਂਡੇ ਐਸਾ ਬ੍ਰਹਮ ਵਿਚਾਰ। ਦੇਖੋ, ਗੁਰੂ ਨਾਨਕ ਬਾਬੇ ਦੇ ਅੱਗੇ ਦੋ ਹੀ ਧਰਮ ਸੀ, ਹਿੰਦੂ
ਤੇ ਮੁਸਲਿਮ, ਤੇ ਦੋਨਾਂ ਦੀਆਂ ਜਿਹੜੀਆਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਧਰਮ ਮਾੜੇ ਨੇ, ਉਹਨਾਂ ਨੇ ਕਿਹਾ ਧਰਮ ਚੰਗੇ ਨੇ, ਲੇਕਿਨ ਤੁਸੀਂ ਇਹ ਜਿਹੜੀਆਂ ਕੁਰੀਤੀਆਂ ਵਿੱਚ ਕਰਦੇ ਹੋ, ਜਿਹੜੇ ਤੁਹਾਡੇ ਜਿਹੜੇ ਕਰਮ ਕਾਂਡ ਨੇ, ਉਹਨਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਗੁਰੂ ਬਾਬੇ ਨਾਨਕ ਦੇ ਹਰਿਦੁਆਰ ਤੋਂ ਖੇਤਾਂ ਨੂੰ ਪਾਣੀ ਪਾਉਣ ਵਾਲੀ ਸਾਖੀ ਸਾਰਿਆਂ ਨੇ ਸੁਣੀ ਹੈ, ਸਟੋਰੀ ਹੈ ਨਾ। ਹੋਰ ਵੀ ਇਸ ਤਰ੍ਹਾਂ ਦੀਆਂ ਕਈ ਇਤਿਹਾਸ ਚੋਂ ਐਗਜ਼ਾਮਪਲਸ ਮਿਲਦੀਆਂ ਨੇ ਕਿ ਗੁਰੂ ਬਾਬੇ ਨਾਨਕ ਨੇ ਗਾਈਡੈਂਸ ਦੇਣ ਵਾਸਤੇ ਆ ਕੀਤਾ, ਆ ਕਿਹਾ। ਲੇਕਿਨ ਸਭ ਤੋਂ ਵੱਡੀ ਜਿਹੜੀ ਗਾਈਡੈਂਸ ਹੈ ਇਸ ਵੇਲੇ ਸਾਡੇ ਸਾਹਮਣੇ, ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ। ਗੁਰਬਾਣੀ ਗੁਰੂ ਹੈ, ਪੋਥੀ ਪਰਮੇਸ਼ਰ ਦਾ ਥਾਨ ਹੈ। ਗੱਲਾਂ ਆਉਂਦੀਆਂ ਨੇ, ਸਾਡੇ ਮਾਈਂਡ ਸੈਟ ਉਸੇ ਤਰ੍ਹਾਂ ਸੈੱਟ ਹੋ ਗਏ ਨੇ ਜਿੱਦਾਂ ਅਸੀਂ ਸੁਣਦੇ ਆਏ ਹਾਂ ਚੀਜ਼ਾਂ। ਪਰ ਲੇਕਿਨ ਓਵਰਆਲ ਸਾਰਿਆਂ ਨਹੀਂ ਆਪਾਂ ਕਹਿੰਦੇ, ਓਵਰਆਲ ਜਿਹੜੀ ਚੇਂਜ ਆਉਣੀ ਚਾਹੀਦੀ ਸੀ ਇੱਕ ਧਾਰਮਿਕ ਪਰਸਨੈਲਿਟੀ ਦੇ ਵਿੱਚ, ਜੋ ਉਹਦੀ ਪਰਸਨੈਲਿਟੀ ਡਿਵੈਲਪ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਰਹੀ। ਦੇਖੋ, ਦੁਨਿਆਵੀ ਪੜ੍ਹਾਈ ਜਿਹੜੀ ਹੈ, ਆਪਾਂ ਕਹਿੰਦੇ ਬੰਦਾ ਬਹੁਤ ਪੜ੍ਹਿਆ ਲਿਖਿਆ, ਫਲਾਣਾ ਡਾਕਟਰ ਹੈ, ਫਿਰ ਉਹਨੇ MD ਕੀਤੀ ਹੈ, ਹੁਣ ਉਹ ਹਾਰਟ ਦਾ ਸਪੈਸ਼ਲਿਸਟ ਬਣ ਗਿਆ, ਬਹੁਤ ਵੱਡਾ ਡਾਕਟਰ ਹੈ। ਬਹੁਤ ਵੱਡਾ ਡਾਕਟਰ ਤੇ ਹੈ, ਲੇਕਿਨ ਜੇ ਉਹਨੂੰ ਕੋਈ ਇਹ ਕਵੇ ਕਿ ਯਾਰ ਤੂੰ ਜਹਾਜ਼ ਉਡਾ ਲਾ, ਤੂੰ ਪੜ੍ਹਿਆ ਲਿਖਿਆ ਹੈ, ਤੂੰ ਅੱਜ ਪਲੇਨ ਲੈ ਜਾ ਇੱਥੋਂ ਡੈਲਸ ਤੋਂ ਦਿੱਲੀ ਨੂੰ, ਕੀ ਉਹ ਲੈ ਜਾਊਗਾ? ਨਹੀਂ। ਉਹ ਇੱਕ ਫੀਲਡ ਦੇ ਵਿੱਚ ਮਾਹਰ ਹੈ, ਦੂਸਰੇ ਫੀਲਡ ਬਾਰੇ ਉਹਨੂੰ ਨਹੀਂ ਪਤਾ, ਉਹਦੇ ਕੋਲ ਟ੍ਰੇਨਿੰਗ ਨਹੀਂ ਹੈ, ਉਹਦੇ ਕੋਲ ਉਹਦੀ ਪੜ੍ਹਾਈ ਨਹੀਂ ਹੈ। ਸੋ ਕੁਆਲੀਫਿਕੇਸ਼ਨ ਇਜ਼ ਨਾਟ ਐਵਰੀਥਿੰਗ, ਐਜੂਕੇਸ਼ਨ ਇਜ਼ ਮੋਸਟ ਇੰਪੋਰਟੈਂਟ। ਕੁਆਲੀਫਿਕੇਸ਼ਨ ਉਹ ਹੈ ਜੋ ਅਸੀਂ ਸਕੂਲਾਂ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਪੜ੍ਹਾਈ ਕਰਦੇ ਹਾਂ, ਸਬਜੈਕਟ ਦੇ ਉੱਤੇ, ਇੱਕ ਵਿਸ਼ੇ ਦੇ ਉੱਤੇ। ਇੱਕ ਮੈਡੀਕਲ ਹੈ, ਇੱਕ ਨਾਨ ਮੈਡੀਕਲ ਹੈ, ਇੱਕ ਆਰਟਸ ਹੈ, ਇੱਕ ਕਾਮਰਸ ਹੈ। ਪਰ ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਇਜ਼ ਐਵਰੀਥਿੰਗ। ਹਰ ਚੀਜ਼ ਬਾਰੇ ਥੋੜਾ ਥੋੜਾ ਗਿਆਨ ਇਕੱਠਾ ਕਰਨਾ, ਸਲੀਕਾ ਲੈ ਕੇ ਆਉਣਾ ਆਪਣੇ ਅੰਦਰ। ਜੇ ਉਹ ਧਾਰਮਿਕ ਵਿਸ਼ੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, ਤੇ ਉਹ ਵੀ ਇੱਕ ਐਜੂਕੇਸ਼ਨ ਹੈ। ਹਰ ਮਸਲੇ ਦੇ ਉੱਤੇ ਗੱਲ ਕਰਨੀ, ਹਰ ਧਰਮ ਨਾਲ ਕੰਪੈਰੀਜ਼ਨ ਕਰਨਾ, ਭਗਤਾਂ ਦੀ ਬਾਣੀ, ਮਹੱਲਿਆਂ ਦੀ ਬਾਣੀ, ਭੱਟਾਂ ਦੀ ਬਾਣੀ, ਉਹਨਾਂ ਨੂੰ ਵਿਚਾਰਨਾ ਇੱਕ ਬਹੁਤ ਵੱਡੀ ਐਜੂਕੇਸ਼ਨ ਹੈ। ਇਹ ਛੋਟਾ ਜਿਹਾ ਸਬਜੈਕਟ ਨਹੀਂ ਹੈ ਵੀ ਕੋਈ ਹਾਂਜੀ ਬਹਿ ਗਏ ਤੇ ਇਹਦੀ ਵਿਆਖਿਆ ਸ਼ੁਰੂ ਕਰਤੀ। ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਇਹ ਜਿਹੜੀ ਗੁਰਬਾਣੀ ਹੈ ਜੋ ਕਹਿ ਰਹੀ ਹੈ ਤੁਹਾਨੂੰ ਪਹਿਲਾਂ ਉੱਥੋਂ ਤੱਕ ਪਹੁੰਚਣਾ ਪਊ, ਤਾਂ ਇਹ ਗੱਲਾਂ ਆਪਣੇ ਆਪ ਮੁਹਾਰੇ ਤੁਹਾਡੀ ਜ਼ੁਬਾਨ ਚੋਂ ਨਿਕਲਣਗੀਆਂ ਵੀ ਇਹ ਗੁਰਬਾਣੀ ਗੁਰੂ ਹੈ, ਮੈਨੂੰ ਇਹ ਗਿਆਨ ਦੇ ਰਿਹਾ, ਮੈਂ ਇਸ ਤਰ੍ਹਾਂ ਹੀ ਗੱਲ ਕਰਨੀ ਹੈ, ਮੈਂ ਇਦਾਂ ਹੀ ਬਲੀਵ ਕਰਨਾ, ਮੈਂ ਇਹਨੂੰ ਆਪਣੇ ਉੱਤੇ ਇੰਪਲੀਮੈਂਟ ਕਰਨਾ, ਆਪਣੇ ਮਨ ਨੂੰ ਇਹਦੇ ਅਨੁਸਾਰ ਢਾਲਣਾ। ਕਿੰਨੇ ਲਫ਼ਜ਼ ਨੇ ਮਨ ਦੇ ਉੱਤੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਹਾਂ ਚਲੋ ਰਹੋ ਘਰੇ। ਮਨ ਨੂੰ ਹੀ ਕਿਹਾ, ਮਨ ਦੇ ਉੱਤੇ ਬਹੁਤ ਸ਼ਬਦ ਨੇ, ਮੇਰੇ ਮਨ ਗੁਰ ਚਰਨੀ ਚਿਤ ਲਾਏ। ਕਿਉਂ ਕਿਹਾ? ਕਿਉਂਕਿ ਬ੍ਰਹਮ ਗਿਆਨ ਦਾ ਸੰਬੰਧ ਸਾਡੀ ਸੁਰਤ ਦੇ ਨਾਲ ਹੈ। ਸੁਰਤ ਜਿਹੜੀ ਹੈ ਇਹ ਗਿਆਨ ਲਏਗੀ। ਸੁਰਤੀ ਹੀ ਜਿਹੜੀ ਹੈ ਇਹ ਤੁਹਾਨੂੰ ਪ੍ਰੇਰ ਕੇ ਨਾਮ ਜਪਾਏਗੀ। ਐਡਾ ਵੱਡਾ 80-90 ਕਿਲੋ ਦਾ ਸਰੀਰ ਕਮਰੇ 'ਚ ਬਿਠਾਲ ਦੇਗੀ ਵੀ ਬਹਿ ਜਾ, ਜਾਂ ਪਾਰਕ ਲੈ ਕੇ ਚਲੇ ਜਾਏਗੀ ਵੀ ਅੱਜ ਸੈਰ ਕਰਨੀ ਹੈ। ਇਹ ਸੁਰਤੀ ਹੈ ਜਿਹੜੀ ਨਜ਼ਰ ਨਹੀਂ ਆਉਂਦੀ ਸਾਨੂੰ। ਹੁਣ ਇੱਥੇ ਬਾਬਾ ਨਾਨਕ ਜੋ ਉਹਨਾਂ ਦੇ ਸਾਹਮਣੇ ਸੀ, ਉਹ ਕਹਿ ਰਹੇ ਆ ਕਿ ਉਹ ਜਿਹੜੇ ਬ੍ਰਾਹਮਣ ਲੋਕ ਸੀ, ਸਨਾਤਨੀ ਲੋਕ ਸੀ, ਉਹ ਕਹਿੰਦੇ ਸੀ ਵੀ ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਧਰਮ ਦੀ ਨੌਲੇਜ ਹੈ, ਜੋ ਅਸੀਂ ਕਹਿੰਦੇ ਹਾਂ ਉਹਦੇ ਅਨੁਸਾਰ ਕਰਨਾ।
ਔਰ ਉਹਦੇ ਚ 99% ਜਿਹੜਾ ਫਾਇਦਾ ਹੁੰਦਾ ਸੀ ਉਹ ਉਹਨਾਂ ਦਾ ਹੁੰਦਾ ਸੀ, ਆਪਣਾ ਫਾਇਦਾ ਹੁੰਦਾ ਸੀ। ਜਿਹਦਾ ਗਊ ਦਾਨ, ਬ੍ਰਾਹਮਣ ਨੂੰ ਕਹਿੰਦੇ ਗਊ ਦਾਨ ਕਰੋ, ਵੀ ਚੱਲ ਬ੍ਰਾਹਮਣ ਤੋਂ ਪੂਜਾ ਵੀ ਕਰਾਈ, ਉਹਨੂੰ ਗਾਂ ਵੀ ਦੇਤੀ। ਇਦਾਂ ਦੇ ਕਰਮਕਾਂਡ ਬਹੁਤ ਜ਼ਿਕਰ ਆਇਆ ਗੁਰਬਾਣੀ 'ਚ, ਪਰ ਆਪਾਂ ਆਪਣੇ ਵਿਸ਼ੇ ਤੇ ਰਹਿਣਾ ਇੱਥੇ। ਪਾਂਡੇ ਐਸਾ ਬ੍ਰਹਮ ਵਿਚਾਰ। ਹੁਣ ਕੈਸਾ ਬ੍ਰਹਮ ਵਿਚਾਰ, ਆਪਾਂ ਪਿੱਛੇ ਜੇ ਗੱਲ ਕੀਤੀ ਸੀ ਵੀ ਜਿੱਥੇ ਵੀ ਕਿਤੇ ਐਸਾ ਲਫ਼ਜ਼ ਆਵੇ ਉਹਨੂੰ ਮਨ ਦੇ ਵਿੱਚ ਲਾਓ ਵੀ ਕੈਸਾ, ਕਿੱਦਾਂ ਦਾ ਬ੍ਰਹਮ ਦਾ ਵਿਚਾਰ ਕਰਨਾ। ਪਾਂਡੇ ਗਿਆਨੀ, ਪਾਂਡੇ ਮੈਨੇ ਗਿਆਨੀ, ਵੀ ਪਾਂਡੇ ਬ੍ਰਹਮ ਦੀ ਵਿਚਾਰ ਕਰਨੀ ਹੈ, ਇਹ ਕਿੱਦਾਂ ਦੀ ਵਿਚਾਰ ਕਰਨੀ ਹੈ ਤੂੰ। ਪਾਂਡੇ ਐਸਾ ਬ੍ਰਹਮ ਵਿਚਾਰ, ਰਾਰੇ ਨੂੰ ਔਂਕੜ ਹੈ, ਇਹ ਨਾਮ ਦੀ ਗੱਲ ਹੈ, ਅਭਿਆਸ ਦੀ ਗੱਲ ਹੈ। ਜਿੱਥੇ ਵੀ ਵਿਚਾਰ ਦੇ ਰਾਰੇ ਨੂੰ ਜਾਂ ਵਿਚਾਰ ਦੇ ਰਾਰੇ ਨੂੰ ਔਂਕੜ ਹੈ, ਉੱਥੇ ਕੇਵਲ ਤੇ ਕੇਵਲ ਨਾਮ ਅਭਿਆਸ ਵੱਲ ਇਸ਼ਾਰਾ ਹੈ, ਨਾਮ ਜਪਣ ਵੱਲ ਇਸ਼ਾਰਾ ਹੈ। ਪਾਂਡੇ ਇਸ ਤਰ੍ਹਾਂ ਤੂੰ ਅਕਾਲ ਪੁਰਖ ਦਾ ਨਾਮ ਜਪ। ਕਿਉਂ? ਕਹਿੰਦੇ ਨਾਮੇ ਸੋਚੇ, ਨਾਮ ਦੇ ਵਿੱਚ ਹੀ ਸੁਚਮਤਾਈ ਹੈ। ਜੇ ਤੁਸੀਂ ਨਾਮ ਅਭਿਆਸ ਕਰਦੇ ਆ, ਤੁਹਾਡੀ ਸੁਚਮਤਾਈ ਹੈ। ਬੜਾ ਇਹਦੇ ਵੱਲ ਧਿਆਨ ਦਿੱਤਾ ਜਾਂਦਾ ਹੈ। ਬ੍ਰਾਹਮਣ ਉਹ ਈਵਨ ਨਲਕਾ ਜਿਹੜਾ ਹੁੰਦਾ ਸੀ ਪਾਣੀ ਗੇੜਨ ਵਾਲਾ, ਜਾਂ ਖੂਹ ਹੁੰਦਾ ਸੀ ਪਾਣੀ ਭਰਨ ਵਾਲਾ, ਉੱਥੇ ਨੀਵੀਂ ਜਾਤ ਦੇ ਲੋਕਾਂ ਨੂੰ ਨੇੜੇ ਨਹੀਂ ਸੀ ਜਾਣ ਦਿੱਤਾ ਜਾਂਦਾ। ਇਹ ਵੀ ਪਾਣੀ ਪਿੱਟਿਆ ਜਾਊ, ਇਹਦੀ ਸੁਚਮ ਖਤਮ ਹੋ ਜਾਊ। ਹੁਣ ਇੱਥੇ ਉਪਦੇਸ਼ ਦੇ ਰਹੇ ਆ ਵੀ ਤੂੰ, ਤੇਰੇ ਕੋਲ ਇੰਨਾ ਗਿਆਨ ਤੂੰ ਸੋਚਦਾ ਹੈ, ਤਾਂ ਕਰਕੇ ਉਹਨੂੰ ਗਿਆਨੀ ਕਿਹਾ ਵੀ ਤੂੰ ਸਭ ਤੋਂ ਵੱਡਾ ਗਿਆਨੀ ਹੈ ਸਮਾਜ ਦਾ। ਸਮਾਜ ਨੂੰ ਗਾਈਡੈਂਸ ਦੇਣੀ ਹੈ, ਧਰਮ ਦੀ ਗਾਈਡੈਂਸ ਦੇਣੀ ਹੈ, ਔਰ ਉਹਦੇ ਅਨੁਸਾਰ ਹੀ ਸੁਣਨ ਵਾਲਿਆਂ ਦੇ, ਲੋਕਾਂ ਦੇ, ਜਾਂ ਕਹਿ ਲਓ ਸੰਗਤ ਦੇ ਵਿਚਾਰ ਬਣਨੇ ਆ ਵੀ ਮੈਂ ਧਰਮ ਨੂੰ ਕਿਸ ਤਰ੍ਹਾਂ ਅਪਣਾਉਣਾ। ਇਸ ਕਰਕੇ ਤੂੰ ਇਦਾਂ ਦਾ ਬ੍ਰਹਮ ਵਿਚਾਰ, ਇਦਾਂ ਦਾ ਨਾਮ ਅਭਿਆਸ ਕਰ, ਅਕਾਲ ਪੁਰਖ ਦਾ ਨਾਮ ਜਪ, ਰੱਬ ਦਾ ਨਾਮ ਲੈ। ਕਿਉਂਕਿ ਨਾਮੇ ਸੋਚੇ, ਚੱਚੇ ਨੂੰ ਸਿਹਾਰੀ ਹੈ, ਨਾਮੋ ਪੜੋ, ਨਾਮੇ ਚੱਜ ਅਚਾਰ। ਕਿਉਂਕਿ ਨਾਮ ਦੇ ਵਿੱਚ ਹੀ ਸੁਚਮਤਾਈ ਹੈ। ਨਾਮ ਤੋਂ ਬਿਨਾਂ ਤੇ ਸਭ ਕੁਝ ਝੂਠਾ ਹੀ ਝੂਠਾ। ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਪਵਿੱਤਰ ਹੀ ਨਹੀਂ ਮੰਨੀ ਗਈ ਗੁਰਬਾਣੀ 'ਚ। ਭਗਤ ਨਾਮਦੇਵ ਜੀ ਦੇ ਸ਼ਬਦ ਨੇ, ਬੀਠਲ ਪਹਿਲਾ ਕਾਏ ਕਰੋ ਸ਼ਬਦ ਹੈ। ਜੇ ਕਿਸੇ ਸੱਜਣ ਨੂੰ ਉਹ ਯਾਦ ਆਉਂਦਾ ਤੇ ਉਹ ਜ਼ਰੂਰ ਸਾਂਝਾ ਕਰ ਲੈਣ, ਉਹ ਸ਼ਬਦ ਜ਼ਰੂਰ ਪੜੋ। ਉਹਨਾਂ 'ਚ ਉਹ ਕਹਿੰਦੇ ਵੀ ਪਾਣੀ ਵੀ ਮੈਲਾ, ਫੁੱਲ ਵੀ ਮੈਲੇ, ਜਿੰਨਾ ਵੀ ਪੂਜਾ ਦਾ ਸਮਾਨ ਯੂਜ਼ ਕੀਤਾ ਜਾਂਦਾ ਸੀ, ਉਹ ਕਹਿੰਦੇ ਵੀ ਸਾਰਾ ਮੈਲਾ ਹੀ ਹੈ। ਇਹ ਤੁਸੀਂ ਇੰਨਾ ਮੈਲਾ ਕਚੈਲਾ, ਇਹ ਤੁਸੀਂ ਸੋਚਦੇ ਹੋ ਵੀ ਇਹ ਰੱਬ ਨੂੰ ਚੜਾ ਕੇ ਤੇ ਆਪਾਂ ਸੁਰਖਰੂ ਹੋ ਗਏ। 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਏ ਕਰੋ। ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕੋ ਇਸ਼ਨਾਨ ਕਰੋ। ਪਾਣੀ ਤਾਂ ਕਹਿੰਦੇ ਆਲਰੇਡੀ ਝੂਠਾ ਹੈ, ਪਾਣੀ 'ਚ ਤੇ ਇਹਨੇ ਜੀ ਪਲਦੇ ਨੇ। 42 ਲੱਖ ਜੀ, ਦੇਖੋ ਗਿਣਤੀ ਵੀ ਦੇਤੀ। ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ, ਜਤਰ ਜਾਓ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ। ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੋ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰੇ, ਉਹ ਤੇ ਭਵਰੇ ਨੇ ਰਸ ਲਿਆ ਉਹਦਾ, ਉਹਦੀ ਬਾਸ ਲਈ, ਉਹਨੂੰ ਝੂਠਾ ਕਰ ਦਿੱਤਾ। ਤੂੰ ਬੀਠਲ ਪਹਿਲਾ ਕਾਏ ਕਰੋ। ਆਨੀ ਲੈ ਦੂਧ ਰਿਧਾਈ ਲੈ ਖੀਰੰ, ਕਹਿੰਦੇ ਖੀਰ ਬਣਾ ਕੇ ਉਹਨੂੰ ਭੋਗ ਲਵਾ ਰਿਹਾ ਹੈ। ਠਾਕੁਰ ਕੋ ਨੈ ਵੇਦ ਕਰੋ, ਨੈ ਵੇਦ ਹੁੰਦਾ ਹੈ ਉਹਨੂੰ ਉਹਨੂੰ ਭੋਗ ਲਵਾਉਣਾ, ਅੱਗੇ ਭੇਟਾ ਦੇਣੀ। ਕਹਿੰਦੇ ਪਹਿਲੇ ਦੂਧ ਬਿਟਾਰਿਓ ਬਛੜਾ, ਬੀਠਲ ਪਹਿਲਾ ਕਾਏ ਕਰੋ। ਉਹ ਤੇ ਗਾਂ ਦੇ ਥਣ ਤੋਂ ਪਹਿਲਾਂ ਵੱਛੇ ਨੇ ਦੁੱਧ ਚੁੰਘਿਆ, ਤਾਂ ਉਹਦੀ ਧਾਰ ਨਿਕਲੀ ਹੈ, ਦੁੱਧ ਉਤਰਦਾ ਥੱਲੇ, ਤੇ ਧਾਰਾਂ ਚੋਣ ਵਾਲੇ ਦੁੱਧ ਚੋਂਦੇ ਨੇ। ਕਹਿੰਦੇ ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਹੇਠਾਂ ਵੀ ਬੀਠਲ ਹੈ, ਧਰਤੀ 'ਚ ਵੀ, ਉੱਤੇ ਵੀ ਬੀਠਲ ਹੈ। ਬੀਠਲ ਤੋਂ ਸਖਣਾ ਜਗਤ ਰਹਿ ਹੀ ਨਹੀਂ ਸਕਦਾ। ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਉਸ ਬੀਠਲ ਅੱਗੇ ਨਾਮਦੇਵ ਜੀ ਬੇਨਤੀ ਰੂਪ ਹੁੰਦੇ ਨੇ
कहते हर हर सृष्टि के जर्रे जर्रे तू मौजूद है। ये अवस्था बन गई उन्होंने। पांडे ऐसा ब्रह्म विचार नामे सुच, नाम दे विच ही सुचमताई है सब तो वड्डी। सो नाम ही जपो जिस विच सारियां धार्मिक रस्मां आ जांदियां ने। नाम सुच, नामो पढ़ो, नामे चज आचार। देखो किन्नी वड्डी गल बाबा नानक कह रहे हैं। इस तो भी वड्डे अजे पटाके पैने आ नंबर 1 2 3 ਦੇ ਵਿੱਚ, ਔਰ ਆਪਾਂ ਹੂਬਹੂ ਉਸ ਚੀਜ਼ ਨੂੰ ਉਸੇ ਤਰ੍ਹਾਂ ਵਿਚਾਰਨਾ ਜਿੱਦਾਂ ਲਿਖਿਆ। ऐसा ब्रह्म विचार नाम दे जरिए ही सुचमताई, क्योंकि नाम इन्ना पवित्र है, इनू जपांगे आपां भी पवित्र होवांगे, साडा भी मन साफ हो। नामे चज आचार, नाम दे करके ही उस नाम दे विच, अकाल पुरख दे नाम दे विच सारियां धार्मिक रस्मां आ जांदियां हन। रहाओ तत्त वस्तु कढ के देती। इसे करके क्या है, जपो तां एको नामा अवर निरा फल कामा। होर किसे ਇਹ ਵੀ ਬਾਬੇ ਨਾਨਕ ਦੀ ਬਾਣੀ ਹੈ। ਹੋਰ ਕਿਸੇ ਕੰਮ ਨੂੰ ਫਲ ਨਹੀਂ ਲੱਗਣਾ। ਤੁਹਾਡਾ ਜਿਹੜਾ ਸਮਾਂ ਹੈ ਉਹ ਬਜਾਏ ਬਾਹਰ ਵਿਹਲੇ ਘੁੰਮਣ ਦੇ ਜਾਂ ਗੱਲਾਂ ਮਾਰਨ ਦੇ ਜਾਂ ਕਿਤੇ ਹੋਰ ਜਾ ਕੇ ਬੈਠਣ ਦੇ, ਜੇ ਆਪਾਂ ਗੁਰਬਾਣੀ ਪੜ੍ਹਦੇ ਆਂ, ਆਪਾਂ ਗੁਰਦੁਆਰੇ ਜਾਂਦੇ ਆਂ, ਉਹ ਸਮਾਂ ਚਲੋ ਸਾਡਾ ਜਿਹੜਾ ਉਹ ਚੰਗੇ ਪਾਸੇ ਲੱਗ ਰਿਹਾ, ਠੀਕ ਕਰੈਕਟ ਹੈ। ਲੇਕਿਨ ਕਲਾਸ ਦੇ ਵਿੱਚ ਸਾਰੇ ਵਿਦਿਆਰਥੀ ਜਾਂਦੇ ਨੇ, फेल भी हो जाते हैं। पढ़न वाले जिन्होंने मेहनत की है वह पास भी होंगे, जिन्होंने बहुत मेहनत की है वह फिर टॉप ते जाते हैं, वह फस्ट आते हैं, सैकंड आते हैं, थर्ड आते हैं। पांडे ऐसा ब्रह्म विचार, ये विद्या जिहड़ी तो दे रहे हैं, अगे आएगा सारा जिक्र 1 2 3 नंबर दे विच। वो कैसा, वो हुण एक्सप्लेन करनगे भी किद्दां दा, ਕਿਹੜੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਮਨਾ ਕਰਨਾ ਚਾਹੁੰਦਾ, ਤੈਨੂੰ ਮੈਂ ਨਾਮ ਵਾਲੇ ਪਾਸੇ ਲਾ ਤੇ ਰਿਹਾ, ਨਾਮ ਦੀ ਮਹਿਮਾ ਤੈਨੂੰ ਦੱਸ ਤੇ ਰਿਹਾ ਵੀ ਨਾਮ ਦੇ ਵਿੱਚ ਹੀ ਸੁਚਮਤਾਈ ਹੈ। ਇਸ ਕਰਕੇ ਨਾਮ ਜਪੋ, ਕਿਉਂਕਿ ਨਾਮ ਦੇ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਨੇ। ਹੁਣ ਅੱਗੇ ਚੱਲੀਏ ਆਪਾਂ, ਇਹ ਹੈ ਰਹਾਓ, ਇਹਨੂੰ ਯਾਦ ਰੱਖਣਾ, ਮਨ ਦੇ ਵਿੱਚ ਰੱਖਣਾ। ਅੱਗੇ ਚੱਲੀਏ, ਆਸਾ ਮਹੱਲਾ ਪਹਿਲਾ, ਪੋਥੀ ਪੰਨਾ ਨੰਬਰ 355। ਕਹਿੰਦੇ ਕਾਇਆ ਬ੍ਰਹਮਾ ਮਨ ਹੈ ਧੋਤੀ। ਹੁਣ ਧੋਤੀ ਜਿਹੜੀ ਹੈ ਇਹ ਬ੍ਰਾਹਮਣ ਵਾਸਤੇ ਬਹੁਤ ਇੰਪੋਰਟੈਂਟ ਹੈ। ਇਹ ਇੱਕ ਉਹਨਾਂ ਦਾ ਜਿਹੜਾ ਕਹਿ ਲੋ ਕਿ ਉਹਨਾਂ ਦੀਆਂ 4-5 ਚੀਜ਼ਾਂ ਨੇ, ਉਹਦਾ ਇੱਕ ਇਸ ਤਰ੍ਹਾਂ ਕਹਿ ਲੋ ਕਿ ਧਾਰਮਿਕ ਚਿੰਨ੍ਹ ਹੈ ਧੋਤੀ। ਔਰ ਉਹ ਵੀ ਇੱਕ ਨਹੀਂ 2 ਰੱਖਦੇ ਨੇ, ਜਿਹੜੇ ਉਸ ਸਮੇਂ ਚੱਲਦਾ ਸੀ। ਇਹ ਧਾਰਮਿਕ, ਉਹਨਾਂ ਦੇ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ, ਉਹਨਾਂ ਦੇ ਵੀ ਇਤਿਹਾਸ ਦੇ ਵਿੱਚ ਦੱਸਿਆ ਵੀ 2 ਧੋਤੀਆਂ ਬ੍ਰਾਹਮਣ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਧੋਤੀ ਬ੍ਰਾਹਮਣ ਵਾਸਤੇ ਬੜੀ ਇੰਪੋਰਟੈਂਟ ਹੈ। ਤੇ ਪਿੰਡਾ ਰੱਖਦੇ ਸੀ ਨੰਗਾ, 2 ਧੋਤੀਆਂ ਰੱਖਦੇ ਸੀ ਕਿ ਜਦੋਂ ਕਿਤੇ ਉਹਨਾਂ ਨੇ ਜਾਣਾ ਹੁੰਦਾ ਸੀ, ਕਿਤੇ ਰੋਟੀ ਰਾਟੀ ਖਾਣ ਜਾਂ ਸਰਾਧ ਛਕਣ, ਕਿਤੇ ਖੀਰ ਖੂਰਾ ਮਾਲ ਪੂੜੇ, ਉਦੋਂ ਉਹਨਾਂ ਨੇ ਫਿਰ ਉਹ ਇੱਕ ਧੋਤੀ ਜਿਹੜੀ ਦੂਜੀ ਆ ਉਹ ਖੋਲ ਕੇ ਬੁੱਕਲ ਮਾਰ ਲੈਂਦੇ ਸੀ, ਪਿੰਡਾ ਢੱਕ ਲੈਂਦੇ ਸੀ। ਹੁਣ ਜਦੋਂ ਕਾਇਆ ਦੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਹ ਮਨ ਧੋਤੀ ਦੀ ਨਿਆਈ ਸਮਝੋ। ਕਾਇਆ ਬ੍ਰਹਮਾ, ਮਨ ਹੈ ਧੋਤੀ। ਪ੍ਰਭੂ ਸਾਰਿਆਂ ਦੇ ਅੰਦਰ ਵਾਸਾ ਕਰਦਾ ਹੈ, ਬਸ ਇਹਨੂੰ ਪ੍ਰਗਟ ਕਰਨਾ ਹੈ ਨਾਮ ਦੀ ਬਰਕਤ ਦੇ ਨਾਲ, ਵਿਕਾਰਾਂ ਤੋਂ ਬਚਾ ਕਰਕੇ। ਜਿਹੜਾ ਮਨੁੱਖਾ ਸਰੀਰ ਹੈ, ਹਰ ਇੱਕ ਦਾ ਸਰੀਰ, ਉਹ ਸਰੀਰ ਨੂੰ ਕਹਿਤਾ ਕਾਇਆ ਬ੍ਰਹਮਾ। ਇਹ ਕਾਇਆ ਹੀ ਬ੍ਰਾਹਮਣ ਹੈ ਸਭ ਤੋਂ ਵੱਡੀ। ਕਾਇਆ ਕਹਿੰਦੇ ਕਾਇਆ ਬ੍ਰਹਮਾ, ਕਿਉਂਕਿ ਨਾਮ ਦੀ ਬਰਕਤ ਦੇ ਨਾਲ ਵਿਕਾਰਾਂ ਤੋਂ ਬਚਿਆ ਹੋਇਆ ਜਿਹੜਾ ਮਨੁੱਖਾ ਸਰੀਰ ਹੈ ਉਹੀ ਬ੍ਰਾਹਮਣ ਹੈ, ਹੋਰ ਕੋਈ ਨਹੀਂ ਹੈ, ਪਵਿੱਤਰ ਹੈ।
ਤੇ ਜਦੋਂ ਇਸ ਅਵਸਥਾ 'ਚ ਆ ਗਏ, ਉਦੋਂ ਜਿਹੜਾ ਮਨ ਹੈ, ਉਹ ਮਨ ਨੂੰ ਧੋਤੀ ਸਮਝੋ, ਉਹ ਮਨ ਨੂੰ ਇੰਪੋਰਟੈਂਸ ਦਿਓ, ਵੱਡਾ ਇੱਕ ਧਾਰਮਿਕ ਚਿੰਨ੍ਹ ਬਣ ਜਾਏਗਾ ਮਨ ਉਹ ਅੰਦਰ ਹੀ। ਫਿਰ ਗਿਆਨ ਜਨੇਊ, ਧਿਆਨ ਕੁਸ਼ਪਾਤੀ। ਹੁਣ ਜਦੋਂ ਕਾਇਆ ਦੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਗਿਆ, ਉਸ ਅਵਸਥਾ 'ਚ ਆ ਗਿਆ ਮਨ, ਅਧਿਆਤਮਕ ਗਿਆਨ ਜਗਿਆਸੂ ਦਾ ਜਨੇਊ ਹੈ, ਧਾਰਮਿਕ ਚਿੰਨ੍ਹ ਹੈ ਅਧਿਆਤਮਕ ਗਿਆਨ। ਹੋਰ ਕੋਈ ਧਾਰਮਿਕ ਚਿੰਨ੍ਹ ਪ੍ਰਵਾਨ ਨਹੀਂ ਕੀਤਾ ਗੁਰਬਾਣੀ ਗੁਰੂ ਨੇ। ਟਿਚਰਾਂ ਕੀਤੀਆਂ ਨੇ, ਜਿਹੜੇ ਪਾਉਂਦੇ ਸੀ, ਟਿੱਕੇ ਲਾਉਂਦੇ ਸੀ, ਜਨੇਊ ਪਾਉਂਦੇ ਸੀ, ਆ ਗਿਆ ਇੱਥੇ ਗਿਆਨ। ਨੰਨੇ ਨੂੰ ਔਂਕੜ ਹੈ ਉਹ ਗਿਆਨ ਜਿਹੜਾ ਕਰਤੇ ਪੁਰਖ ਦੇ ਨਾਮ ਦੇ ਵਿੱਚ ਰੰਗ ਰੱਤੇ ਹੋ ਕੇ ਹਾਸਲ ਕੀਤਾ। ਧਿਆਨ ਕੁਸ਼ਪਾਤੀ। ਕੁਸ਼ਪਾਤੀ ਜਿਹੜਾ ਹੈ, ਇਹ ਛੋਟਾ ਜਿਹਾ ਇੱਕ ਗੱਲ ਦੱਸ ਦਿੰਨੇ ਆ। ਇਹ ਇੱਕ ਘਾਹ ਦੀ ਕਿਸਮ ਹੈ। ਉਹ ਘਾਹ ਜਿਹੜਾ ਹੈ ਬਹੁਤ ਚੁੱਭਦਾ, ਉੱਤੇ ਬੈਠਿਆ ਨਹੀਂ ਜਾ ਸਕਦਾ। ਔਰ ਜਿਹੜੇ ਇਹ ਬ੍ਰਾਹਮਣ ਹੁੰਦੇ ਸੀ, ਇਹ ਰੱਬ ਵਾਲੇ ਪਾਸੇ ਧਿਆਨ ਲਾਉਣ ਦੇ ਕਰਕੇ, ਮਤਲਬ ਭਗਤੀ ਦੇ ਵਿੱਚ ਉਹਨੂੰ ਲੈਂਦੇ ਸੀ। ਉਹ ਘਾਹ ਦੀਆਂ ਜਿਹੜੇ ਬਲੇਡਸ, ਉਹਨੂੰ ਕਿੱਦਾਂ ਕਹੀਏ, ਜਿਹੜੇ ਘਾਹ ਦੇ ਹੁਣ ਇੱਕ ਇੱਕ ਹੁੰਦਾ ਨਾ, ਉਹਨਾਂ ਨੂੰ ਜੋੜ ਕੇ ਛੱਲਾ ਬਣਾਉਂਦੇ ਸੀ, ਕਿਉਂਕਿ ਉਹ ਘਾਹ ਬਹੁਤ ਚੁੱਭਦਾ। ਛੱਲਾ ਬਣਾ ਕੇ ਉਂਗਲੀ 'ਚ ਪਾਉਂਦੇ ਸੀ ਤਾਂ ਕਿ ਉਹ ਚੁੱਭਦਾ ਰਹੇ, ਔਰ ਬ੍ਰਾਹਮਣ ਨੂੰ ਇਹ ਖਿਆਲ ਰਹੇ ਕਿ ਮੈਂ ਰੱਬ ਦਾ ਬੰਦਾ, ਔਰ ਮੈਂ ਰੱਬ ਵਾਲੇ ਪਾਸੇ ਆਪਣਾ ਧਿਆਨ ਲਾਉਣਾ। ਇਹ ਉਹ ਕਰਦੇ ਸੀ, ਲੇਕਿਨ ਧਿਆਨ ਉਹਨਾਂ ਦਾ ਫੇਰ ਨਹੀਂ ਸੀ ਲੱਗਦਾ। ਹੁਣੇ ਆਉਨੇ ਉਸ ਪਾਸੇ। ਗਿਆਨ ਜਨੇਊ ਬਣਾ, ਇਹ ਬਾਬੇ ਨਾਨਕ ਦਾ ਗਿਆਨ ਹੈ। ਕਹਿੰਦੇ ਤੇਰਾ ਜਨੇਊ, ਤੇਰਾ ਧਾਰਮਿਕ ਚਿੰਨ੍ਹ ਜਿਹੜਾ ਹੈ, ਉਹ ਗਿਆਨ ਹੈ, ਅਧਿਆਤਮਕ ਗਿਆਨ ਹੈ। ਇਹੀ ਅਭਿਆਸੀ ਦਾ ਜਨੇਊ ਹੈ, ਇਹੀ ਅਭਿਆਸੀ ਦਾ ਧਾਰਮਿਕ ਚਿੰਨ੍ਹ ਹੈ। ਤੇ ਸੁਰਤ ਅਤੇ ਸ਼ਬਦ ਦਾ ਜੁੜਨਾ, ਉਂਗਲ ਦਾ ਛੱਲਾ ਹੈ ਧਿਆਨ। ਧਿਆਨ ਦੇ ਨੰਨੇ ਨੂੰ ਔਂਕੜ ਹੈ। ਧਿਆਨ ਇਜ਼ ਇਕੁਅਲ ਟੂ ਸੁਰਤ ਪਲੱਸ ਸ਼ਬਦ। ਸੁਰਤ ਅਤੇ ਸ਼ਬਦ ਦਾ ਜੁੜਨਾ ਹੀ ਉਂਗਲ ਦਾ ਛੱਲਾ ਹੈ, ਉਹੀ ਕੁਸ਼ਪਾਤੀ ਹੈ। ਇਹ ਇਹ ਧਾਰਮਿਕ ਚਿੰਨ੍ਹ ਸੀ ਉਹਨਾਂ ਦਾ। ਇਹ ਵੀ ਇੱਕ ਪਾਰਟ ਆਫ ਧਾਰਮਿਕ ਚਿੰਨ੍ਹ ਸੀ ਵੀ ਛੱਲਾ ਪਾਇਆ, ਇਹ ਬੰਦਾ ਧਾਰਮਿਕ ਹੈ। ਧੋਤੀਆਂ 2 ਰੱਖੀਆਂ, ਇਹ ਬੰਦਾ ਧਾਰਮਿਕ ਹੈ। ਜਨੇਊ ਪਾਇਆ, ਇਹ ਬੰਦਾ ਧਾਰਮਿਕ ਹੈ। ਕੋਈ ਇੰਪੋਰਟੈਂਸ ਨਹੀਂ ਦਿੱਤੀ ਵੇਸ ਨੂੰ, ਡਰੈਸ ਨੂੰ, ਕਿਤੇ ਗੁਰਬਾਣੀ 'ਚ ਕੋਈ ਇੰਪੋਰਟੈਂਸ ਨਹੀਂ ਹੈ। ਅੱਗੇ ਚੱਲੀਏ। ਉਹ ਇੱਕ ਪੰਜਾਬੀ ਦੀ ਮੈਂ ਗੱਲ ਕਰਦਾ ਨਹੀਂ ਹੁੰਦਾ, ਲੇਕਿਨ ਕਈ ਚੰਗੀਆਂ ਗੱਲਾਂ ਵੈਸੇ ਟੱਕਰ ਜਾਂਦੀਆਂ ਸਾਹਮਣੇ ਰਾਹ ਜਾਂਦਿਆਂ ਨੂੰ, ਜਾਂ ਕੋਈ ਸੱਜਣ ਮਿੱਤਰ ਮਿਲਦੇ ਆ ਤੇ ਉਹ ਦੱਸਦੇ ਆ। ਇੱਕ ਕੋਈ ਸ਼ਾਇਰ ਲਿਖਦਾ, ਮੈਨੂੰ ਇਹ ਨਹੀਂ ਪਤਾ, ਪਰ ਗਾਇਆ ਬਹੁਤੇ ਜਿਹੜੇ ਪੰਜਾਬ ਦੇ ਸਿੰਗਰ ਨੇ ਉਹਨਾਂ ਨੇ ਗਾਇਆ। ਕਹਿੰਦੇ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ। ਲੇਕਿਨ ਹਟਣਾ ਨਹੀਂ ਆਪਾਂ ਨਾਮ ਜਪਣ ਤੋਂ, ਇਹ ਕਰਨਾ ਪਊ। ਜਿਉਂ-ਜਿਉਂ ਕਰਾਂਗੇ ਤਿਉਂ-ਤਿਉਂ ਪ੍ਰਕਾਸ਼, ਲਾਈਟ, ਮੈਂ ਕਹਿੰਦਾ ਵੀ ਹੱਦਾਂ ਹੀ ਨਹੀਂ ਹੈ। ਇੰਨੀ ਅਵਸਥਾ ਉੱਚੀ ਹੁੰਦੀ ਹੈ ਨਾਮ ਜਪ ਕੇ। ਔਰ ਇਹੀ ਕੰਮ ਅਸੀਂ ਕਰਦੇ ਨਹੀਂ ਹੈ। ਇਹੀ ਸਾਨੂੰ ਕੋਈ ਗਾਈਡ ਨਹੀਂ ਕਰਦਾ ਵੀ ਇਹ ਕੰਮ ਬਹੁਤ ਜ਼ਰੂਰੀ ਹੈ, ਲੇਕਿਨ ਗੁਰਬਾਣੀ ਗੁਰੂ ਹੈ, ਇਹਨਾਂ ਨੇ ਸਾਨੂੰ ਗਾਈਡ ਕਰਨਾ ਹੈ। ਆਓ ਜੀ ਅੱਗੇ। ਹਰ ਨਾਮਾ ਜਸ ਜਾਚੋ ਨਾਉ। ਹੁਣ ਅਭਿਆਸੀ ਇਬਾਦਤ ਕਰਦਾ ਹੈ, ਭਗਤੀ ਕਰਦਾ ਹੈ, ਤੇ ਕਰਤੇ ਪੁਰਖ ਤੋਂ ਕੇਵਲ ਨਾਮਦਾਨ ਦੀ ਖੈਰ ਮੰਗਦਾ। ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਜਦੋਂ ਅਵਸਥਾ ਬਣ ਗਈ, ਜਦੋਂ ਕਾਇਆ ਪਵਿੱਤਰ ਹੋ ਗਈ ਹੈ, ਮਨ ਜਿਹੜਾ ਹੈ ਉਹ ਧੋਤੀ ਪਵਿੱਤਰ ਇੱਕ ਧਾਰਮਿਕ ਚਿੰਨ੍ਹ ਹੈ। ਜਦੋਂ ਮਨ ਉਹਦਾ ਰੂਪ ਹੋ ਗਿਆ, ਜਦੋਂ ਬਜਾਏ ਦੁਨਿਆਵੀ ਜਨੇਊ ਪਾਉਣ ਦੇ, ਜਦੋਂ ਗਿਆਨ ਉਹਨੇ ਹਾਸਲ ਕਰ ਲਿਆ, ਬਜਾਏ ਉਹ ਛੱਲਾ ਘਾਹ ਦਾ ਤਿੱਖਾ ਜਿਹਦੇ ਨਾਲ ਉਂਗਲ ਵੱਢੀ ਜਾਂਦੀ, ਕਈ ਵਾਰੀ ਖੂਨ ਵੀ ਆ ਜਾਂਦਾ ਉੱਚੋਂ, ਉਹ ਧਿਆਨ ਜਿਹੜਾ ਬਾਬਾ ਨਾਨਕ ਕਹਿੰਦਾ ਸੁਰਤੀ ਤੇ ਸ਼ਬਦ ਨੂੰ ਜੋੜ, ਇਹੀ ਤੁਹਾਡਾ ਧਿਆਨ ਹੈ। ਕਹਿੰਦੇ ਹਰ ਨਾਮਾ ਜਸ ਜਾਂਚੋ ਨਾਉ, ਫਰ
ਜਾਚੋ ਨਾਓ। ਐਸਾ ਜਿਹੜਾ ਅਭਿਆਸੀ ਹੈ ਉਹ ਇਬਾਦਤ ਕਰ ਕਰਕੇ ਕਰਤੇ ਪੁਰਖ ਤੋਂ ਕੇਵਲ ਨਾਮ ਦਾਨ ਦੀ ਖੈਰ ਮੰਗਦਾ ਹੈ। ਤੇ ਗੁਰ ਪ੍ਰਸਾਦੀ, ਇਹ ਇੱਕੋ ਲਫ਼ਜ਼ ਹੈ, ਇਹ ਤੋੜਿਆ ਹੋਇਆ ਲਫ਼ਜ਼ ਹੈ ਇੱਥੇ। ਇਹ ਗੁਰ ਪ੍ਰਸਾਦੀ ਇੱਕੋ ਲਫ਼ਜ਼ ਹੈ। ਇੱਥੇ ਦੋ ਲਫ਼ਜ਼ ਆ ਰਹੇ ਨੇ, ਇਹ ਵਾਹਿਗੁਰੂ ਜਾਣਦੇ ਹੈ। ਇਹ ਗੁਰ ਪ੍ਰਸਾਦੀ ਇੱਕੋ ਲਫ਼ਜ਼ ਬਣਨਾ ਹੈ, ਇਹ ਦੋ ਲਫ਼ਜ਼ ਨਹੀਂ ਨੇ। ਗੁਰ ਪ੍ਰਸਾਦੀ ਬ੍ਰਹਮੇ ਸਮਾਓ। ਤੇ ਜਦੋਂ ਇਸ ਤਰ੍ਹਾਂ ਅਭਿਆਸ ਕਰਦਾ ਹੈ ਤੇ ਕਰਤੇ ਪੁਰਖ ਤੋਂ ਕੇਵਲ ਉਸੇ ਨਾਮ ਦੀ ਦਾਨ ਦੀ ਖੈਰ ਮੰਗਦਾ ਹੈ ਤਾਂ ਗੁਰ ਪ੍ਰਸਾਦ ਸਦਕਾ ਜੋਤੀ ਜੋਤ ਰਲਣ ਦੀ ਅਵਸਥਾ ਬਣ ਜਾਂਦੀ ਹੈ। ਬ੍ਰਹਮੇ ਸਮਾਓ। ਦੇਖੋ, ਆ ਵੀ ਬ੍ਰਹਮ ਹੈ, ਆ ਵੀ ਬ੍ਰਹਮ ਹੈ। ਆ ਮੈਂ ਹਾਈਲਾਈਟ ਕਰ ਰਿਹਾ, ਸਪੈਲਿੰਗ। ਆ ਵੀ ਬ੍ਰਹਮਾ ਹੈ, मीनिंग सेम है। अवस्था है, बस स्टेट ऑफ माइंड है, ਉਹਨੂੰ ਐਕਸਪਲੇਨ ਕਰਨ ਦਾ ਤਰੀਕਾ ਹੈ। ਉਸ ਬ੍ਰਹਮ ਦੇ ਵਿੱਚ ਜਦੋਂ ਸਮਾਉਣਾ, ਉਹ ਜਿਹੜੀ ਅਵਸਥਾ ਹੈ ਉਹ ਕਰਤੇ ਪੁਰਖ ਦੀ ਰਹਿਮਤ, ਗੁਰਪ੍ਰਸਾਦ, ਕਿਰਪਾ, ਤਰਸ ਸਦਕਾ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਪਾਂਡੇ ਐਸਾ ਬ੍ਰਹਮ ਵਿਚਾਰ, ਉਹ ਕਹਿੰਦੇ ਉਹ ਏਦਾਂ ਕਰ ਤੂੰ ਕੰਮ, ਤੂੰ ਚਿੰਨਾ ਧਾਰਮਿਕ ਚਿੰਨਾ ਚ ਨਾ ਵੜੀ ਜਾ। ਇਦਾਂ ਦਾ ਬ੍ਰਹਮ ਵਿਚਾਰ ਆ ਜਿਹੜੀ ਮੈਂ ਗੱਲ ਕਰਕੇ ਆਇਆ ਉੱਤੇ ਨੰਬਰ 1 ਦੇ ਸਟੈਂਜ਼ੇ ਦੇ ਵਿੱਚ। ਕਹਿੰਦੇ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਚਾ। ਨਾਮ ਜਪਣਾ ਹੀ ਸਭ ਤੋਂ ਵੱਡੀ ਸੁਚਮਤਾਈ ਹੈ, ਜਿਸ ਵਿੱਚ ਸਾਰੀਆਂ ਧਾਰਮਿਕ ਰਸਮਾਂ ਰੀਤੀਆਂ ਆ ਜਾਂਦੀਆਂ ਨੇ। ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਮਹੱਲੇ 5ਵੇਂ ਦੀ ਬਾਣੀ। ਐਸਾ ਬ੍ਰਹਮ ਵਿਚਾਰ ਪਾਂਡੇ ਆਪ ਇਹ ਨਾ ਆਪ ਕਰ, ਨਾ ਲੋਕਾਂ ਨੂੰ ਗਾਈਡ ਕਰ, ਉਹਨਾਂ ਨੂੰ ਖੂਚ ਪਾ ਰਿਹਾ। ਬਾਬੇ ਨਾਨਕ ਨੇ ਤੱਤ ਕੱਢ ਕੇ ਸਾਡੇ ਸਾਹਮਣੇ ਰੱਖੇ ਨੇ। ਅੱਗੇ ਚਲੀਏ, ਕਹਿੰਦੇ ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਕੋਈ ਵੀ ਬਾਹਰਲਾ ਧਾਰਮਿਕ ਚਿੰਨ੍ਹ, ਕੋਈ ਵੀ ਉਦੋਂ ਤੱਕ ਨਾਲ ਹੈ ਤੁਹਾਡੇ ਜਦੋਂ ਤੱਕ ਤੁਸੀਂ ਜਿਉਂਦੇ ਹੋ। ਜਦੋਂ ਮਰਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ। ਇਸ ਗੱਲ ਨੂੰ ਪ੍ਰਵਾਨ ਕਰੋ, ਇਹ ਸੱਚ ਹੈ ਗੁਰਬਾਣੀ ਦਾ। ਜੋ ਵੀ ਪਾਇਆ ਸਰੀਰ ਤੇ ਧਾਰਮਿਕ ਚਿੰਨ੍ਹ ਬਣਾ ਕੇ ਸੋ ਕਾਲਡ, ਉਹ ਤੁਹਾਡੀ ਦੇਹ ਦੇ ਨਾਲ ਹੀ ਸੜਨੇ ਆ। ਤਨ ਦਾ ਜਨੇਊ ਓਨਾ ਚਿਰ ਹੀ ਹੈ ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਹੈ। ਧੋਤੀ ਟਿੱਕਾ ਨਾਮ ਸਮਾਲ। ਨਾਮ ਜਪਦਿਆਂ ਸੰਭਾਲਣ ਦੀ ਅਵਸਥਾ ਤੱਕ ਪੁੱਜਣਾ। ਖਿਮਾ ਕਰਿਓ। ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇਹ ਸੰਭਾਲਣ ਦੀ ਵੀ ਅਵਸਥਾ ਹੈ ਇੱਕ। ਤਨ ਦਾ ਜਨੇਊ ਉਹਨਾਂ ਚਿਰ ਸਾਡੇ ਨਾਲ ਹੈ ਜਿੰਨਾ ਚਿਰ ਸਾਡੇ ਸਵਾਸ ਚੱਲਦੇ ਆ। ਨਾਮ ਜਪਦਿਆਂ ਸੰਭਾਲਣ ਦੀ ਅਵਸਥਾ ਤੱਕ ਪੁੱਜਣਾ ਭਾਵ ਪੂਰਨ ਸਹਿਜ ਅਵਸਥਾ ਦੀ ਪ੍ਰਾਪਤੀ ਧੋਤੀ ਟਿੱਕੇ ਦਾ ਪ੍ਰਤੀਕ ਹੈ। ਪੂਰਨ ਸਹਿਜ ਅਵਸਥਾ ਦੀ ਪ੍ਰਾਪਤੀ ਧੋਤੀ ਟਿੱਕੇ ਦਾ ਪ੍ਰਤੀਕ ਹੈ। ਇਹੀ ਤੁਹਾਡਾ ਧਾਰਮਿਕ ਸਭ ਤੋਂ ਵੱਡਾ ਚਿੰਨ੍ਹ ਹੈ। ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਜਦੋਂ ਤੱਕ ਸਵਾਸ ਨੇ ਉਦੋਂ ਤੱਕ ਉਹ ਜਨੇਊ ਰਹੇਗਾ ਸਰੀਰ ਦੇ ਨਾਲ। ਧੋਤੀ ਟਿੱਕਾ ਨਾਮ ਸੰਭਾਲ, ਨਾਮ ਅਭਿਆਸ ਕਰ ਕਰਕੇ ਜਦੋਂ ਉਸ ਅਵਸਥਾ ਪੂਰਨ ਸਹਿਜ ਅਵਸਥਾ ਦੀ ਵਿੱਚ ਜਾਏਗਾ, ਉਹੀ ਧੋਤੀ ਤੇ ਟਿੱਕੇ ਦਾ ਪ੍ਰਤੀਕ ਬਣ ਜਾਏਗਾ। ਉਹ ਕਿਸ ਤਰ੍ਹਾਂ ਦਾ ਹੋਏਗਾ? ਅਵਸਥਾ ਇੱਥੇ ਉੱਥੇ ਨਿਭੀ ਨਾਲ। ਉਹ ਧਾਰਮਿਕ ਚਿੰਨ੍ਹ ਕਿਸ ਤਰ੍ਹਾਂ ਦੇ ਹੋਣਗੇ? ਉਹ ਵੇਸ ਕਿਸ ਤਰ੍ਹਾਂ ਦਾ ਹੋਏਗਾ?
ਇੱਥੇ ਉੱਥੇ ਨਿਭ ਹੀ ਨਾਲ, ਵਿਣ ਨਾਵੇਂ ਹੋਰ ਕਰਮ ਨਾ ਭਾਲ। ਇਹ ਅਵਸਥਾ ਤੇਰੀ ਇੱਥੇ ਵੀ ਉੱਥੇ ਵੀ ਤੇਰੇ ਨਾਲ ਚੱਲੇਗੀ, ਨਿਭੇਗੀ। ਕੇਵਲ ਨਾਮ ਹੀ ਲੋਕ ਪਰਲੋਕ ਵਿੱਚ ਸਹਾਈ ਹੋ ਸਕਦਾ ਹੈ। ਨਾਮ ਬੰਦਗੀ ਤੋਂ ਬਿਨਾ ਕਰਮ ਕਾਂਡ ਦੇ ਪਿੱਛੇ ਨਾ ਪੈ, ਨਾ ਉਹਨਾਂ ਨੂੰ ਕਰੀ ਜਾ। ਹੁਣ ਦੂਜੀ ਐਗਜ਼ਾਮਪਲ ਲਈਏ ਗੁਰੂ ਅਰਜਨ ਪਾਤਸ਼ਾਹ ਦੀ, ਪ੍ਰਭਾਤੀ ਮਹੱਲਾ ਪੰਜਵਾਂ, ਪੰਨਾ 1348। ਕਹਿੰਦੇ ਮਨ ਮੈਂ ਕ੍ਰੋਧ ਮਹਾ ਅਹੰਕਾਰਾ, ਪੂਜਾ ਕਰੇ ਬਹੁਤ ਵਿਸਥਾਰਾ। ਦੇਖਿਆ ਕਰੋ ਕਈ ਧਾਰਮਿਕ ਵਿਅਕਤੀ ਹੋਣਗੇ, ਉਹਨਾਂ ਨੂੰ ਤੁਸੀਂ ਗੱਲਬਾਤ ਕਰਨ ਦਾ ਸਲੀਕਾ ਦੇਖੋ, ਵਿਚਰਨ ਦਾ ਸਲੀਕਾ ਦੇਖੋ, ਇੰਨੇ ਧਾਰਮਿਕ ਹੋਣਗੇ। ਪੂਜਾ ਕਰੇ ਬਹੁਤ ਵਿਸਥਾਰਾ, ਬੜੇ ਤਰੀਕਿਆਂ ਨਾਲ ਉਹ ਪੂਜਾ ਕਰਦੇ ਆ। ਕਰ ਇਸ਼ਨਾਨ ਤਨ ਚੱਕਰ ਬਣਾਏ, ਉਹ ਨਹਾ ਨੂੰ ਕੇ ਹੋਰ ਬੜੇ ਟਿੱਕੇ ਟੁੱਕੇ ਲਾ ਕੇ ਹੋਰ ਚੀਜ਼ਾਂ ਸਰੀਰ ਤੇ ਪਾ ਲੈਂਦੇ, ਜਿੱਦਾਂ ਗੱਲ ਕਰ ਰਹੇ ਆ ਤੇ ਧੋਤੀ, ਜਨੇਊ, ਆ ਕੁਸਪਾਤੀ। ਕਰ ਇਸ਼ਨਾਨ ਤਨ ਚੱਕਰ ਬਣਾਏ, ਕਹਿੰਦੇ ਅੰਤਰ ਕੀ ਮਲ ਕਬ ਹੀ ਨਾ ਜਾਏ। ਜੋ ਮਰਜੀ ਪਾਲਾ ਧਾਰਮਿਕ ਚਿੰਨ, 4 ਪਾਲਾ, 5 ਪਾਲਾ, 55 ਪਾਲਾ, ਪਰ ਇਹ ਅੰਦਰ ਦੀ ਮੈਲ ਤੇਰੀ ਨਹੀਂ ਧੋਤੀ ਜਾਣੀ ਜਦੋਂ ਤੱਕ ਨਾਮ ਦਾ ਅਭਿਆਸ, ਸ਼ਬਦ ਸੁਰਤ ਦਾ ਮੇਲ, ਉਸ ਅਵਸਥਾ 'ਚ, ਸਹਿਜ ਅਵਸਥਾ 'ਚ, ਸੰਭਾਲਣ ਦੀ ਅਵਸਥਾ ਤੱਕ ਅਸੀਂ ਨਹੀਂ ਪਹੁੰਚਦੇ ਨਾਮ ਅਭਿਆਸ ਕਰਕੇ। ਬਾਹਰ ਜਨੇਊ ਜਿਚਰ ਜੋਤ ਹੈ ਨਾਲ, ਜਦੋਂ ਤੱਕ ਜੀਦੇ ਆ ਉਦੋਂ ਤੱਕ ਨਾਲ ਨੇ ਸਾਡੇ। ਧੋਤੀ ਟਿੱਕਾ ਨਾਮ ਸੰਭਾਲ, ਨਾਮ ਜਪ ਜਪ ਕੇ ਸੰਭਾਲਣ ਦੀ ਅਵਸਥਾ ਤੱਕ ਪਹੁੰਚਣਾ ਹੀ ਧੋਤੀ ਟਿੱਕੇ ਦਾ ਪ੍ਰਤੀਕ ਹੈ। ਔਰ ਇਹ ਅਵਸਥਾ ਇੱਥੇ ਉੱਥੇ ਨਿਭ ਹੀ ਨਾਲ, ਵਿਣ ਨਾਵੇਂ ਹੋਰ ਕਰਮ ਨਾ ਪਾਲ। ਕੋਈ ਛੱਡ ਦੇ ਸਾਰਾ ਕੁਝ ਜਿਹੜਾ ਤੂੰ ਆ ਡਰੈਸਾਂ 'ਚ ਪਿਆ, ਆ 5-6 ਚੀਜ਼ਾਂ 'ਚ ਪਿਆ। ਇਹ ਕੀ ਹੈ ਇਹਨਾਂ ਦਾ? ਸਾਰਿਆਂ ਦਾ, ਬਲਕਿ ਸਾਰਿਆਂ ਦਾ ਕਿਉਂ ਨਹੀਂ ਹੈ। ਮੈਂ ਥੋੜਾ ਜਿਹਾ ਸੌਫਟ ਚੱਲੂਗਾ। ਕਦੇ ਕਿਰਪਾ ਕੀਤੀ ਕਰਤੇ ਪੁਰਖ ਨੇ, ਉਦੋਂ ਇਹ ਚੀਜ਼ਾਂ ਹੋਰ ਇਹਨਾਂ ਨੂੰ ਚੰਗੀ ਤਰ੍ਹਾਂ ਖੋਲਾਂਗੇ। ਆ ਦੇਖੋ ਉਹਦੇ ਬ੍ਰਾਹਮਣ ਦੇ ਧਾਰਮਿਕ ਚਿੰਨ੍ਹ ਨੇ, 2 ਧੋਤੀਆਂ, 1 ਕੁਸ਼ਪਾਤੀ, ਤੀਜੀ ਚੀਜ਼, ਚੌਥਾ ਜਨੇਊ। ਇਹ ਧਾਰਮਿਕ ਚਿੰਨ੍ਹ ਬਣ ਗਏ, ਉਹਦੇ ਪਾਉਂਦੇ ਸੀ ਸਰੀਰ ਦੇ ਉੱਤੇ। ਹੁਣ ਨਿਭਣ ਵਾਲੀ ਚੀਜ਼ ਡਿਕਲੇਅਰ ਕਰਤੀ ਬਾਬੇ ਨਾਨਕ ਨੇ ਦੂਜੇ ਨੰਬਰ ਸਟੈਂਜੇ ਦੇ ਵਿੱਚ, ਕਹਿੰਦੇ ਨਾਮ ਹੀ ਹੈ, ਹੋਰ ਕੋਈ ਕਰਮ ਕਾਂਡ 'ਚ ਨਾ ਪੈ। ਫਿਰ ਕਹਿੰਦੇ ਪਾਂਡੇ ਐਸਾ ਬ੍ਰਹਮ ਵਿਚਾਰ, ਕਿੱਦਾਂ ਦਾ? ਕਹਿੰਦੇ ਨਾਮੇ ਸੁਚ ਨਾਮੋ ਪੜੋ, ਨਾਮੇ ਚਾਝੇ ਚਾਰ। ਸਾਰੀਆਂ ਧਾਰਮਿਕ ਰਸਮਾਂ ਜਿਹੜੀਆਂ ਉਹ ਨਾਮ ਜਪਣ ਦੇ ਵਿੱਚ ਆ ਜਾਂਦੀਆਂ ਨੇ। ਤੂੰ ਛੱਡ ਪਰਾਂ, ਇਹ ਕਿਹੜੇ ਕੰਮਾਂ 'ਚ ਪਿਆ? ਕਿਹੜੇ ਕੰਮਾਂ 'ਚ ਪਿਆ? ਕੀ ਤੂੰ ਵੇਸ ਬਣਾਈ ਜਾ ਰਿਹਾ, ਐਵੇਂ ਚਿੰਨ ਲੱਭ ਲੱਭ ਕੇ ਆ ਧਾਗੇ ਦਾ ਉਣ ਕੇ ਪਾਈ ਜਾਣਾ। ਇਹ 2 ਸਾਲ ਕੱਢੂ, ਫੇਰ ਨਵਾਂ ਲੱਭਦਾ ਫਿਰੇਗਾ। ਉਹ ਮਨ ਨੂੰ ਹੀ ਸਾਧ, ਆਪਣੇ ਮਨ ਨੂੰ ਹੀ ਸਹਿਜ ਅਵਸਥਾ 'ਚ ਲੈ ਕੇ ਆ, ਉਹਨੂੰ ਹੀ ਸੰਭਾਲਣ ਦੀ ਅਵਸਥਾ ਤੱਕ ਲੈ ਕੇ ਆ। ਸਾਰਾ ਉਹੀ ਚੀਜ਼ ਪ੍ਰਵਾਨ ਕਰਨੀ ਕਰਤੇ ਪੁਰਖ। ਤੀਜਾ ਨੰਬਰ ਚੱਲੀਏ ਜੀ, ਪੂਜਾ ਪ੍ਰੇਮ ਮਾਇਆ ਪਰ ਜਾਲ, ਏਕੋ ਵੇਖੋ ਅਵਰ ਨਾ ਭਾਲ। ਜਿਹੜੀ ਪ੍ਰੇਮਾ ਭਗਤੀ ਹੈ, ਗਰੀਬੀ 'ਚ ਰਹਿ ਕੇ ਕਰਤੇ ਪੁਰਖ ਦਾ ਨਾਮ ਜਪਣ ਨੂੰ ਪ੍ਰੇਮਾ ਭਗਤੀ ਕਿਹਾ ਹੈ। ਭਾਣੇ ਵਿੱਚ ਰਹਿਣਾ ਉਹਦੇ ਵਿੱਚ ਹੈ। ਗੁਰਪ੍ਰਸਾਦ ਦੀ ਇੱਛਾ ਨਹੀਂ ਕਰਨੀ, ਇਹ ਕਰਤੇ ਪੁਰਖ ਨੇ ਆਪੇ ਦੇਣਾ ਹੈ। ਦੇਖੋ ਆਪਾਂ ਇੱਕ ਬਾਣੀ 'ਚ ਸ਼ਬਦ ਆਉਂਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ। ਹੁਣ ਇਹ ਬੜੇ ਧਿਆਨ ਨਾਲ ਇਸ ਚੀਜ਼ ਨੂੰ ਵਾਚਣਾ ਆਪਾਂ। ਮਤਲਬ ਇਹਦੀ ਕੋਈ ਕੁਆਲੀਫਿਕੇਸ਼ਨ ਨਹੀਂ ਲੈਣੀ ਵੀ ਆਪਾਂ ਗ੍ਰਾਮਰ ਦੇ ਮਾਹਰ ਬਣ ਕੇ, ਵਿਆਕਰਨ ਦੇ ਮਾਹਰ ਬਣ ਕੇ ਵੀ ਇਹ ਦੱਸੀਏ ਵੀ ਇਹਦਾ ਜੀ ਆਹ ਮੀਨਿੰਗ ਬਣੂ, ਇਹਦਾ ਜੀ ਆਹ ਮੀਨਿੰਗ ਬਣੂ। ਇਹ ਆਪਾਂ
ਐਜੂਕੇਟ ਹੋਣਾ, ਮਨ ਨੂੰ ਐਜੂਕੇਟ ਕਰਨਾ ਆਪਾਂ ਕਰ ਕਰਕੇ, ਪ੍ਰੈਕਟੀਕਲ ਕਰ ਕਰਕੇ, ਰਾਈਟ। ਮੈਂ ਦੱਸ ਆਇਆ ਕੁਆਲੀਫਿਕੇਸ਼ਨ ਤੇ ਐਜੂਕੇਸ਼ਨ ਦਾ ਅੰਤਰ। ਕੁਆਲੀਫਿਕੇਸ਼ਨ ਆਪਾਂ ਜਿਹੜੀ ਲੈਂਦੇ ਆ, ਸਿੱਖਦੇ ਆ, ਪਰ ਆਪਣੇ ਕੋਲ ਡਾਕਟਰ ਬਣ ਜਾਾਂਗੇ ਲੇਕਿਨ ਸਾਡੇ ਕੋਲ ਇੰਜਨ ਠੀਕ ਕਰਨ ਦਾ ਹੁਨਰ ਨਹੀਂ ਆਏਗਾ, ਹੈ ਨਾ। ਉਹ ਇੱਕ ਸੀਮਿਤ ਚੀਜ਼ ਹੈ। ਇਹ ਜਿਹੜੀ ਹੈ ਇਹ ਅਧਿਆਤਮ ਦੀ ਚੀਜ਼ ਹੈ ਸਾਰੀ, ਇਹਦਾ ਕੋਈ ਥਾਂ ਨਹੀਂ ਹੈ, ਕੋਈ ਅੰਤ ਨਹੀਂ ਹੈ ਇਹਦਾ। ਹੁਣ ਆਪਾਂ ਗੱਲ ਕਰਨ ਲੱਗੇ ਆ ਪੂਜਾ ਪ੍ਰੇਮ ਮਾਇਆ ਪਰਜਾ, ਇਹਦੇ ਅਰਥ ਵੱਲ ਆਪਾਂ ਆਉਨੇ ਆ, ਪਰ ਪਹਿਲਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ ਕਿ ਮੰਗਣਾ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ। ਆਪਾਂ ਸਿਰਫ ਪ੍ਰੇਮਾ ਭਗਤੀ ਭਾਣੇ ਦੇ ਵਿੱਚ ਰਹਿ ਕੇ ਕਰਨੀ ਆ, ਆਪਾਂ ਰਿਜ਼ਲਟ ਦੀ ਉਡੀਕ ਨਹੀਂ ਕਰਨੀ। ਇਹ ਬੜਾ ਵੱਡਾ ਫੈਕਟਰ ਹੈ। ਲੋਕ ਜਿਹੜੇ ਹੈ ਉਹ ਰਿਜ਼ਲਟ ਉਡੀਕਦੇ ਆ ਵੀ ਅਸੀਂ ਆ, ਕਿਉਂਕਿ ਗਾਈਡੈਂਸ ਉਦਾਂ ਦੀ ਮਿਲੀ ਹੈ ਵੀ 40 ਪਾਠ ਕਰ ਲਓ ਤੇ ਤੁਹਾਡਾ ਆ ਕੰਮ ਸੰਵਰ ਜੂਗਾ। ਉਹ ਫਿਰ ਉਡੀਕਦੇ ਆ, ਹੁੰਦਾ ਨਹੀਂ, ਤੇ ਉਹਨਾਂ ਦਾ ਫਿਰ ਭਰੋਸਾ ਟੁੱਟਦਾ। ਇਸੇ ਕਰਕੇ ਕਿਹਾ ਕਿ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਤੂੰ ਆਪਣਾ ਫਰਜ਼ ਅਦਾ ਕਰਨਾ ਹੈ, ਜਿਹੜਾ ਤੇਰਾ ਫਰਜ਼ ਤੈਨੂੰ ਦੇਤਾ ਇੱਕ ਵੀ ਭਾਈ ਤੂੰ ਨਾਮ ਅਭਿਆਸ ਕਰਨਾ, ਤੂੰ ਉਹ ਫਰਜ਼ ਅਦਾ ਕਰਨਾ। ਜਿਹੜੀ ਤੈਨੂੰ ਇੱਕ ਗਾਈਡੈਂਸ ਦੇ ਦਿੱਤੀ ਹੈ ਉਹ ਪ੍ਰੈਕਟੀਕਲ ਜਿਉਣੀ ਹੈ, ਪ੍ਰੈਕਟੀਕਲ ਜਿਉਣੀ ਹੈ, ਉਹਦੀ ਕੁਆਲੀਫਿਕੇਸ਼ਨ ਨਹੀਂ ਬਣਾ ਦੇਣੀ, ਇਹ ਪ੍ਰੈਕਟੀਕਲ ਜਿਉਣੀ ਹੈ। ਹੁਣ ਮੰਗਣ ਵਾਲਾ ਇੱਕ ਸ਼ਾਹੂਕਾਰ ਹੁੰਦਾ ਵੀ ਆਪਾਂ ਸ਼ਾਹੂਕਾਰ ਤੋਂ ਪੈਸੇ ਉਧਾਰੇ ਲਏ, ਆੜਤੀਏ ਤੋਂ, ਜਿੱਦਾਂ ਪਿੰਡਾਂ 'ਚ ਆਪਾਂ ਜੱਟ ਲੋਕ ਫੜ ਲੈਂਦੇ ਆ ਪਹਿਲਾਂ ਹੀ। ਉਹ ਹੁਣ ਜਦੋਂ ਆੜਤੀਆ ਉਹ ਕਿਸਾਨ ਦੇ ਜਾਂ ਜੱਟ ਦੇ ਘਰੇ ਜਾਊਗਾ, ਉਹ ਬੜੀ ਆਕੜ ਨਾਲ ਪੈਸੇ ਮੰਗੂ, ਉਹ ਤੋਂ ਲਿਆ ਵੀ ਮੇਰੇ ਪੈਸੇ ਕੱਢ, ਇੰਨਾ ਟਾਈਮ ਹੈ ਤੇਰੇ ਕੋਲ, ਕੱਲ ਤੱਕ ਮੇਰੇ ਪੈਸੇ ਦੀ ਮੈਂ ਆਹ ਕਰ ਦੂੰ, ਮੈਂ ਫਲਾਂ ਕਰ ਦੂੰ। ਉਹ ਆਕੜ ਕੇ ਮੰਗ ਰਿਹਾ। ਮੰਗਣ ਦਾ ਮੈਂ ਫਰਕ ਦੱਸਣ ਲੱਗਾ। ਉਹਦੇ ਚ ਆਕੜ ਹੈ ਕਿਉਂਕਿ ਸ਼ਾਹੂਕਾਰ ਹੈ, ਉਹਨੇ ਪੈਸੇ ਦਿੱਤੇ ਆ, ਉਹਨੇ ਆਪਣੇ ਪੈਸੇ ਕਢਾਉਣੇ ਆ। ਦੂਸਰਾ ਜਿਹੜਾ ਮੰਗਣਾ ਹੈ ਉਹ ਹੈ ਮੰਗਤਾ। ਰੋਡਸ ਤੇ ਆਪਾਂ ਦੇਖਦੇ ਆ ਇੰਡੀਆ ਦੇ ਵਿੱਚ ਖਾਸ ਕਰਕੇ, ਉਹ ਮੰਗਦੇ ਆ, ਗਰੀਬੀ ਦੇ ਨਾਲ ਮੰਗੀ ਜਾਂਦੇ ਆ, ਭਾਵੇਂ ਉਹਨਾਂ ਨੂੰ ਆਪਾਂ ਝਿੜਕ ਵੀ ਮਾਰ ਦਿੰਦੇ ਆ, ਉਹ ਫੇਰ ਵੀ ਗਰੀਬੀ ਦੇ ਨਾਲ ਮੰਗੀ ਜਾਂਦੇ ਆ, ਮੰਗੀ ਜਾਂਦੇ ਆ। ਮਿਲ ਗਿਆ ਠੀਕ ਹੈ, ਨਾ ਮਿਲਿਆ ਤਾਂ ਵੀ ਠੀਕ ਹੈ। ਗਰੀਬੀ ਭਾਵ ਹੈ, ਉਹਦੇ ਚ ਉਮੀਦ ਕੋਈ ਨਹੀਂ ਉਹਨੂੰ। ਤੀਸਰਾ ਹੁਣ ਕੈਟੇਗਰੀ ਮੈਂ ਬੜੀ ਇੰਪੋਰਟੈਂਟ ਗੱਲ ਕਰਨ ਲੱਗਾ, ਇਹਨੂੰ ਸਿਰਫ ਅਧਿਆਤਮ ਦੇ ਉੱਤੇ ਸਮਝਣਾ। ਇੱਕ ਪਿਓ ਹੈ, ਇੱਕ ਪਿਓ ਦਾ ਪੁੱਤਰ ਹੈ। ਪੁੱਤਰ ਜਿਹੜਾ ਹੈ ਉਹਦੇ ਕਹਿਣੇ ਚ ਹੈ, ਪਿਆਰ ਚ ਹੈ, ਉਹਨਾਂ ਦਾ ਰਿਲੇਸ਼ਨ ਹੈ। ਪੁੱਤਰ ਵੀ ਆਪਣੇ ਪਿਤਾ ਤੋਂ ਪੈਸੇ ਮੰਗਦਾ ਵੀ ਆ ਪਾਪਾ ਜੀ ਮੈਨੂੰ ਪੈਸੇ ਚਾਹੀਦੇ ਆ ਤੇ ਮੈਂ ਆਹ ਚੀਜ਼ ਲੈਣੀ। ਪੁੱਤਰ ਦਾ ਵੀ ਤਰੀਕਾ ਹੈ ਮੰਗਣ ਦਾ, ਕਦੇ ਜਿੱਦ ਕਰਦਾ ਹੈ, ਕਦੇ ਪਿਆਰ ਦੇ ਨਾਲ ਪੁੱਤਰ ਹੀ ਆਪਣੇ ਪਿਓ ਦੀ ਜੇਬ ਚੋਂ ਵੀ ਪੈਸੇ ਕੱਢ ਲੈਂਦਾ। ਔਰ ਪਿਤਾ ਨੂੰ ਇੰਨਾ ਪਿਆਰ ਹੁੰਦਾ ਵੀ ਚੱਲ ਕੋਈ ਗੱਲ ਨਹੀਂ, ਇਹਨੂੰ ਕਰ ਲੈਣ ਦਿਓ ਜੋ ਕਰਦਾ। ਇਹ ਵੀ ਮੰਗਣ ਦਾ ਇੱਕ ਹੈ, ਇਹ ਵੀ ਇੱਕ ਪੁੱਤਰ ਬਣ ਕੇ ਮੰਗਣਾ। ਇੱਕ ਐਸੇ ਪੁੱਤਰ ਵੀ ਹੁੰਦੇ ਆ, ਐਸੇ ਬੱਚੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਜੀ ਨਹੀਂ ਸਾਨੂੰ ਨਹੀਂ ਚਾਹੀਦਾ, ਠੀਕ ਹੈ ਜੋ ਤੁਸੀਂ ਲੈ ਕੇ ਦੇ ਦਿਓਗੇ ਠੀਕ ਹੈ। ਇਹ ਹੁਣ ਮੈਂ ਗੱਲ ਕਿਉਂ ਕਰ ਰਿਹਾ, ਪ੍ਰੇਮਾ ਭਗਤੀ ਦੀ ਗੱਲ ਇੱਥੇ ਆ ਰਹੀ ਹੈ। ਵਾਪਰਦੀਆਂ ਨੇ ਚੀਜ਼ਾਂ। ਪ੍ਰੇਮਾ ਭਗਤੀ ਜਿਹੜੀ ਹੈ, ਭਾਣੇ ਦੇ ਵਿੱਚ ਰਹਿਣਾ, ਕਿਸੇ ਚੀਜ਼ ਦੀ ਮੰਗ ਨਹੀਂ ਕਰਨੀ, ਔਰ ਵੈਰੀ ਇੰਪੋਰਟੈਂਟ ਸਭ ਤੋਂ ਉੱਤਮ ਕੰਮ ਨਾਮ ਦੇ ਵਿੱਚ, ਕਰਤੇ ਪੁਰਖ ਦੇ ਨਾਮ ਦੇ ਵਿੱਚ ਜੁੜਨਾ, ਮਨ ਨੂੰ ਸਾਧਣਾ, ਮਨ ਨੂੰ ਉਸ ਅਵਸਥਾ ਤੱਕ ਲੈ ਕੇ ਜਾਣਾ ਜਿੱਥੇ ਮਨ ਕੇਵਲ ਤੇ ਕੇਵਲ ਨਾਮਦਾਨ ਦੀ ਹੀ ਮੰਗ ਕਰਦਾ ਹੈ। ਇਹ ਬਹੁਤ ਵੱਡਾ ਵਿਸ਼ਾ ਹੈ ਪੂਜਾ ਪ੍ਰੇਮ, ਇਹ ਹੌਲੀ ਹੌਲੀ ਆਪਾਂ ਐਕਸਪਲੇਨ ਕਰੀ ਜਾਵਾਂਗੇ। ਪੂਜਾ ਪ੍ਰੇਮ ਮਾਇਆ ਪਰ ਜਾਲ, ਪ੍ਰੇਮਾ ਭਗਤੀ ਮਾਇਆ ਬਿਰਤੀ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਗਰੀਬੀ, ਭਾਣੇ ਦੇ ਵਿੱਚ ਰਹਿਣਾ, ਗਰੀਬ ਬਣ ਕੇ ਰਹਿਣਾ, ਨਿਮਰਤਾ ਦੇ ਨਾਲ ਰਹਿਣਾ, ਕੋਈ ਇੱਛਾ ਨਾ ਰੱਖਣੀ,
ਇਹੋ ਜੀ ਪ੍ਰੇਮਾ ਭਗਤੀ ਹੈ। ਔਰ ਅਬਵ ਆਲ ਨਾਮ ਦਾ ਅਭਿਆਸ। ਪ੍ਰੇਮਾ ਭਗਤੀ ਹੀ ਮਾਇਆ ਬਿਰਤੀ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਪ੍ਰੇਮਾ ਭਗਤੀ ਹੀ ਸਾਨੂੰ ਗਾਈਡ ਕਰਦੀ ਹੈ, ਇੱਕੋ ਵੇਖੋ ਅਵਰ ਨਾ ਭਾਲ। ਉਸ ਭਗਤੀ ਦੇ ਜ਼ਰੀਏ ਹੀ ਸਾਨੂੰ ਸੋਝੀ ਆਉਂਦੀ ਹੈ, ਜਿਹੜੀ ਸੋਝੀ ਬਾਬੇ ਨਾਨਕ ਨੂੰ ਆਈ ਹੈ। ਔਰ ਬ੍ਰਾਹਮਣ ਨੂੰ ਗੱਜ ਵੱਜ ਕੇ ਕਹਿ ਰਿਹਾ ਵੀ ਪਾਂਡੇ ਆਹ ਕੰਮ ਕਰ, ਇੱਕ ਅਕਾਲ ਪੁਰਖ ਦੀ ਬੰਦਗੀ ਕਰੋ ਤਾਂ ਕਿ ਉਸ ਦੇ ਦਰਸ਼ਨ ਮਿਲਾਪ ਹੋ ਜਾਣ। ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਇੱਕੋ ਵੇਖੋ ਅਵਰ ਨਾ ਭਾਲ, ਕਿਤੇ ਜਾਣ ਦੀ ਲੋੜ ਨਹੀਂ ਹੈ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਧਿਆਉਣਾ ਸ਼ਬਦ ਪਲੱਸ ਸੁਰਤੀ ਇਜ਼ ਇਕੁਅਲ ਟੂ ਧਿਆਨ। ਅਵਸਥਾ ਹੈ, ਹਲੇ ਅਸੀਂ ਜਪਣ ਲੱਗੇ ਹਾਂ ਨਵੇਂ ਨਵੇਂ। ਕਿਸੇ ਰਿਜ਼ਲਟ ਦੀ ਇੱਛਾ ਨਾ ਕਰੋ, ਪ੍ਰੇਮਾ ਭਗਤੀ ਨੂੰ ਸਮਝੋ। ਪੂਜਾ ਪ੍ਰੇਮ ਮਾਇਆ ਪਰ ਜਾਲ। ਪ੍ਰੇਮ ਹੀ ਇੰਨਾ ਬੱਚੇ ਦਾ ਪਿਤਾ ਦੇ ਨਾਲ, ਪਿਤਾ ਦੇ ਕਹਿਣੇ 'ਚ ਹੀ ਇੰਨਾ ਬੱਚਾ ਹੈ, ਲਾਇਕ ਹੈ, ਉਹ ਫਿਰ ਜੇਬ 'ਚ ਪਾ ਕੇ ਵੀ ਕੱਢ ਲੂ ਵੀ ਮੈਨੂੰ ਚਾਹੀਦੇ ਆ, ਤੂੰ ਦਿੰਦਾ ਕਿਉਂ ਨਹੀਂ, ਗੱਲ ਕੀ ਆ। ਪਰ ਆ ਅਵਸਥਾ ਤੇ ਆਉਣਾ ਪਊ, ਇੱਕੋ ਵੇਖੋ ਅਵਰ ਨਾ ਭਾਲ। ਇੱਕ ਅਕਾਲ ਪੁਰਖ ਦੀ ਬੰਦਗੀ, ਇਬਾਦਤ, ਭਗਤੀ ਬਹੁਤ ਜ਼ਰੂਰੀ ਹੈ, ਇਹ ਕਰਨੀ ਪੈਣੀ ਹੈ। ਹੋਰ ਕਿਸੇ ਪਾਸੇ ਖਿਆਲ ਛੱਡ ਦਿਓ, ਖਿਆਲ ਛੱਡ ਦਿਓ। ਕਈ ਪਾਸੇ ਨੇ, ਹੋਰ ਕਈ ਵਿਧੀਆਂ ਨੇ ਧਰਮ ਕਰਨ ਦੀਆਂ, ਪਰ ਨਾਮ ਤੋਂ ਬਿਨਾਂ ਕੁਛ ਵੀ ਕੰਮ ਨਹੀਂ ਆਏਗਾ। ਇੱਕੋ ਵੇਖੋ ਅਵਰ ਨਾ ਭਾਲ। ਚੀਨੈ ਤਤ ਗਗਨ ਦਸ ਦੁਆਰ, ਹਰ ਮੁਖ ਪਾਠ ਪੜ੍ਹੈ ਵਿਚਾਰ। ਨਾਮ ਬੰਦਗੀ ਕਰਦਿਆਂ ਕਰਦਿਆਂ ਕਰਮਖੰਡ ਤੱਕ, ਦਸਮ ਦੁਆਰ ਤੱਕ ਪਹੁੰਚੀਦਾ ਹੈ। ਚੀਨੈ ਤਤ, ਤਤ ਦੇ ਅਗਲੇ ਤੱਤੇ ਨੂੰ ਔਂਕੜ ਹੈ। ਇਹ ਚੀਨਣਾ ਹੁੰਦਾ ਹੈ, ਚੀਨਣਾ। ਇਹ ਚੀਨੈ ਪੈਰ 'ਚ ਹਾਹਾ ਜਿਹਾ ਪਾਇਆ ਹਨਾ, ਛੋਟਾ। ਚੀਨੈ ਕੀ ਹੋਇਆ ਹੁਣ, ਇਹ ਵੀ ਕਲੀਅਰ ਕਰ ਲਓ। ਇਹ ਚੀਨਣਾ ਹੁੰਦਾ ਇੱਕ ਲਫ਼ਜ਼ ਹੈ, ਅਸੀਂ ਬੜਾ ਨਿੱਕੇ ਹੁੰਦਿਆਂ ਤੋਂ ਸੁਣਦੇ ਆਏ ਹਾਂ, ਚਵਨਪ੍ਰਾਸ਼। ਅਸੀਂ ਐਗਜ਼ਾਮਪਲ ਲੈ ਰਹੇ ਹਾਂ, ਜੋ ਅਸੀਂ ਬਜ਼ੁਰਗਾਂ ਤੋਂ, ਆਪਣੇ ਟੀਚਰਸ ਤੋਂ ਸਿੱਖਿਆ, ਉਹੀ ਐਗਜ਼ਾਮਪਲ ਅਸੀਂ ਅੱਗੇ ਕਰਦੇ ਹਾਂ। ਸਾਡਾ ਇਹ 'ਚ ਕੁਛ ਨਹੀਂ ਹੈ, ਅਸੀਂ ਵੀ ਮਿਹਨਤ ਕਰ ਰਹੇ ਹਾਂ, ਗਾਈਡੈਂਸ ਉਹਨਾਂ ਦੀ ਹੈ। ਪਰ ਇਹ ਚਵਨਪ੍ਰਾਸ਼, ਜਿਹੜਾ ਚਵਾਂ ਲਫ਼ਜ਼ ਵੀ ਆਉਂਦਾ, ਚਵਾਂ ਨਾਮ ਨਿਤ ਨਿਤ ਚਵਾਂ ਕਈ ਵਾਰੀ ਆਇਆ ਗੁਰਬਾਣੀ 'ਚ। ਇਹ ਚੀਨਣਾ, ਉਹ ਚਵਨਪ੍ਰਾਸ਼ ਐਸਾ ਹੁੰਦਾ ਵੀ ਉਹਨੂੰ ਚਮਚੇ 'ਚ ਪਾ ਕੇ ਉਹਨੂੰ ਮੂੰਹ 'ਚ ਰੱਖੋ ਤੇ ਉਹਨੂੰ ਚੁੱਥਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਘੁਲ ਘਲ ਕੇ ਤੁਹਾਡੇ ਅੰਦਰ ਚਲਾ ਜਾਂਦਾ। ਹੁਣ ਇਹ ਨਾਮ ਨੂੰ ਰਸਨਾ ਦੇ ਨਾਲ ਜਪਣਾ ਹੈ, ਔਰ ਉਹ ਨਾਮ ਜਪਦਿਆਂ ਜਪਦਿਆਂ ਜਦੋਂ ਉਹ ਨਾਮ ਤੁਹਾਡੇ ਹਿਰਦੇ ਦੇ ਅੰਦਰ ਉਤਰ ਗਿਆ, ਧਿਆਨ ਸੁਰਤ ਸ਼ਬਦ ਦਾ ਮੇਲ ਹੋ ਗਿਆ। ਜਦੋਂ ਉਹ ਨਾਮ ਅੰਦਰ ਉਤਰ ਗਿਆ, ਉਹ ਫਿਰ ਸਿਮਰਨ, ਉਸ ਤੋਂ ਬਾਅਦ ਫਿਰ ਸਿਮਰਨ ਹੈ। ਐਵੇਂ ਨਾ ਲਫ਼ਜ਼ ਵਧਾ ਦਿਆ ਕਰੋ ਵੀ ਨਾਮ ਸਿਮਰਨ ਦਾ ਪ੍ਰੋਗਰਾਮ ਰੱਖਿਆ। ਇਸ ਸਿਮਰਨ ਦਾ ਲਫ਼ਜ਼ ਜਪਣ ਤੋਂ, ਧਿਆਨ ਤੋਂ ਬਾਅਦ ਆਉਂਦਾ ਹੈ, ਜਿਹੜਾ ਆਪਣੇ ਆਪ ਚੱਲਦਾ ਹੈ। ਇਹ ਵੀ ਕਦੇ ਵਿਸ਼ੇ ਲੈ ਕੇ ਨਾ, ਵੱਖਰੇ ਵੱਖਰੇ ਲਫ਼ਜ਼ ਲੈ ਕੇ ਆਪਾਂ ਇਹਨਾਂ ਨੂੰ ਵੀ ਖੋਲਾਂਗੇ, ਤਾਂ ਕਿ ਚੀਜ਼ਾਂ ਹੋਰ ਕਲੀਅਰ ਹੁੰਦੀਆਂ ਜਾਣਗੀਆਂ। ਹੁਣ ਉਹ ਤੱਤ ਵਸਤੂ ਇਸ ਤਰ੍ਹਾਂ ਤੁਸੀਂ ਜਪਦਿਆਂ ਜਪਦਿਆਂ ਉਹਨੂੰ ਐਸ ਢੰਗ ਨਾਲ ਉਹਦੀ ਬੰਦਗੀ ਕਰਨੀ ਹੈ, ਐਸ ਤਰੀਕੇ ਦੇ ਨਾਲ ਨਾਮ ਜਪਣਾ ਹੈ। ਜਿਹੜੀਆਂ ਗੱਲਾਂ ਦੱਸਦੀਆਂ ਵੀ ਪ੍ਰੇਮਾ ਭਗਤੀ, ਗਰੀਬੀ, ਨਿਮਰਤਾ, ਕਿਸੇ ਚੀਜ਼ ਦੀ ਮੰਗ ਨਾ ਕਰਨੀ, ਇੱਛਾ ਨਾ ਰੱਖਣੀ, ਇਸ ਤਰੀਕੇ ਦੇ ਨਾਲ ਇਹ ਜਦੋਂ ਅੰਦਰ ਉਤਰ ਗਈ, ਨਾਮ ਬੰਦਗੀ ਕਰਦਿਆਂ ਕਰਦਿਆਂ ਜਦੋਂ ਕਰਮਖੰਡ ਦੀ, ਦਸਮ ਦੁਆਰ ਦੀ, ਆਨੰਦ ਦੀ ਅਵਸਥਾ ਤੱਕ
ਪਹੁੰਚੇ ਆ, ਉੱਥੇ ਨਾਮ ਪਦਾਰਥ ਦੀ ਪ੍ਰਾਪਤੀ ਹੈ। ਚੀਨੇ ਤਤ ਗगन ਦਸ ਦਵਾਰ, ਕਿਉਂਕਿ ਉਹਦਾ ਧਿਆਨ ਹੀ ਨਹੀਂ ਕਿਸੇ ਬੰਨੇ, ਏਕੋ ਵੇਖੋ ਅਵਰ ਨਾ ਭਾਲ, ਉਹਨੇ ਛੱਡਤਾ ਸਾਰਾ ਕੁਝ। ਇਹ ਗਿਆਨ ਬਾਬਾ ਨਾਨਕ ਦੇ ਰਿਹਾ, ਕਹਿੰਦੇ ਚੀਨੇ ਤਤ ਗगन ਦਸ ਦਵਾਰ, ਉੱਥੇ ਤੱਕ ਤਾਂ ਪਹੁੰਚਣਾ ਹੈ। ਹਰ ਮੁਖ ਪਾਠ ਪੜ੍ਹੇ ਵਿਚਾਰ, ਹਰ ਮੁਖ, ਜੇ ਰਸਨਾ ਦੇ ਉੱਤੇ ਮੂੰਹ ਦੇ ਵਿੱਚ ਸ਼ਬਦ ਦਾ ਅਭਿਆਸ ਹੋ ਰਿਹਾ ਹੈ ਤਾਂ ਸਮਝੋ ਪਾਠ ਹੋ ਰਿਹਾ ਹੈ। ਨਾਮ ਜਪਣਾ ਰਸਨਾ ਦੇ ਉੱਤੇ ਮੁਖ ਦੇ ਵਿੱਚ ਜਿਹਦਾ ਸ਼ਬਦ ਚੱਲ ਰਿਹਾ ਹੈ, ਸਮਝੋ ਉਹਦਾ ਪਾਠ ਵੀ ਹੋ ਰਿਹਾ ਹੈ। ਹੁਣ ਇਹ ਵਿਸ਼ਾ ਬਹੁਤ ਬਰੀਕ ਹੈ। ਆਪਾਂ ਕਹਿ ਦਿੰਦੇ ਹਾਂ ਜੀ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੋੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਇੱਕ ਤਰੀਕਾ ਹੈ ਜਿਹਦੇ ਸੋ ਕਾਲਡ ਕਿਸੇ ਬਾਬੇ ਨੇ ਜਾਂ ਪ੍ਰਚਾਰਕ ਨੇ, ਫਰਜ਼ ਕਰ ਲਓ ਅਸੀਂ ਕਿਸੇ ਨੂੰ ਪੁੱਛਿਆ ਵੀ ਮੇਰਾ ਕੰਮ ਨਹੀਂ ਬਣਦਾ ਜੀ, ਮੈਂ ਪਾਸ ਨਹੀਂ ਹੋ ਰਿਹਾ। ਮੇਰੇ ਵਰਗਾ ਕੋਈ ਬੱਚਾ ਉਹਦਾ ਬਾਬਾ ਜੀ ਮੈਂ ਪਾਸ ਨਹੀਂ ਹੁੰਦਾ, 2 ਵਾਰੀ ਫੇਲ ਹੋ ਗਿਆ। ਉਹ ਫਿਰ ਬਾਬੇ ਨੇ ਕਿਹਾ ਨਾ, ਤੂੰ ਆਹ ਸ਼ਬਦ ਲੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹਦਾ ਤੂੰ ਪਾਠ ਕਰੀ ਜਾ। ਉਹ ਪਾਠ ਕਰੀ ਜਾਂਦਾ ਜੀ, ਉਹ ਦੇ ਗੇੜੇ ਤੇ ਗੇੜਾ, ਸਵੇਰੇ ਸ਼ਾਮ ਦੁਪਹਿਰੇ ਉਹਨੇ ਸਭ ਕੁਝ ਛੱਡਤਾ, ਉਹਨੇ ਸ਼ੁਰੂ ਕਰਤਾ ਜੀ ਕੰਮ। ਉਹ ਤੀਜੀ ਵਾਰੀ ਵੀ ਪਾਸ ਨਾ ਹੋਇਆ। ਫਿਰ ਉਹਦਾ ਭਰੋਸਾ ਟੁੱਟੂਗਾ ਨਾ ਵੀ ਬਾਬੇ ਨੇ ਮੈਨੂੰ ਗਲਤ ਕਹਿਤਾ। ਬਾਬੇ ਨੂੰ ਕੀ ਕਹਿਣਾ ਚਾਹੀਦਾ ਬੱਚੇ ਨੂੰ, ਵੀ ਬੱਚਿਆ ਤੂੰ ਮਿਹਨਤ ਕਰ, ਤੂੰ ਪੜ੍ਹਾਈ ਕਰ ਆਪਣੀ ਮਨ ਲਾ ਕੇ, ਇਹ ਚੀਜ਼ ਉਹਨੂੰ ਕਹਿਣੀ ਚਾਹੀਦੀ ਹੈ। ਇੱਥੇ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਨੂੰ ਮਨ ਲਾ ਕੇ ਪੜ੍ਹੋ, ਫਾਰਮੈਲਿਟੀ ਪੂਰੀ ਨਾ ਕਰੋ ਕਿ ਮੈਂ 5 ਪਾਠ ਕਰਨੇ ਨੇ, ਮੈਂ ਨਿਤਨੇਮ ਕਰਨਾ ਹੈ, ਮੈਂ ਇੰਨਾ ਕਰਨਾ। ਉਹਨੂੰ ਫਾਰਮੈਲਿਟੀ ਨਾ ਬਣਾਓ, ਉਹਨੂੰ ਉਹਦੇ ਚ ਧਿਆਨ ਲਾਓ। ਇਹ ਹੁੰਦਾ ਗੁਰਬਾਣੀ ਪੜ੍ਹਨਾ, ਸਮਝੇ ਸੂਝੇ ਪੜ੍ਹ ਬੂਝੇ, ਪੜ੍ਹ ਕੇ ਉਹ ਚੋਂ ਤੱਤ ਵਸਤੂ ਕੱਢਣੀ ਵੀ ਬਾਬਾ ਸਾਨੂੰ, ਗੁਰਬਾਣੀ ਗੁਰੂ ਸਾਨੂੰ ਸਮਝਾ ਕੀ ਰਿਹਾ। ਹਰ ਮੁਖ ਪਾਠ ਪੜ੍ਹੇ ਵਿਚਾਰ। ਹੁਣ ਪ੍ਰੇਮਾ ਭਗਤੀ ਹੈ, ਮਾਇਆ ਸੜ ਚੁੱਕੀ ਹੈ, ਇੱਕ ਨਾਮ ਵਾਲੇ ਪਾਸੇ ਹੀ ਧਿਆਨ ਹੈ। ਉਹ ਨਾਮ ਜਪਦਿਆਂ ਜਦੋਂ ਹਿਰਦੇ ਦੇ ਅੰਦਰ ਚੱਲ ਗਿਆ, ਸਰਵਣੀ ਸੁਣੀ ਹੈ, ਰਸਨਾ ਗਾਈ ਹੈ, ਹਿਰਦੇ ਧਿਆਈਐ ਸੋਈ, ਜਦੋਂ ਇਹ ਚੀਨੇ ਤੱਤ ਦੀ, ਜਦੋਂ ਨਾਮ ਅੰਦਰ ਚਲਾ ਗਿਆ, ਤੱਤ ਵਸਤੂ ਅੰਦਰ ਚਲੀ ਗਈ, ਕਰਮਖੰਡ ਦੀ ਅਵਸਥਾ ਆ ਗਈ ਹੈ, ਆਨੰਦ ਦੀ ਅਵਸਥਾ ਆ ਗਈ ਹੈ, ਦਸਮ ਦੁਆਰ ਤੱਕ ਪਹੁੰਚ ਗਿਆ ਹੈ। ਹਰ ਮੁਖ, ਹਰ ਸ਼ਬਦ ਨਾਮ, ਮੁਖ ਦੇ ਵਿੱਚ ਹਮੇਸ਼ਾ ਉਹਦੇ ਨਾਮ ਹੈ, ਇਹੀ ਉਹਦਾ ਪਾਠ ਬਣ ਗਿਆ, ਇਹੀ ਅਸਲ ਪਾਠ ਹੈ। ਰਸਨਾ ਦੇ ਨਾਲ ਕਰਤੇ ਪੁਰਖ ਦਾ ਨਾਮ ਜਪਣਾ ਹੀ ਅਸਲੀ ਪਾਠ ਹੈ। ਗਿਣਤੀ ਮਿਣਤੀ ਦੇ ਪਾਠ ਨਾ ਕਰ ਪਾਂਡੇ, ਇੱਧਰ ਨੂੰ ਗਾਈਡ ਨਾ ਕਰ ਲੋਕਾਂ ਨੂੰ ਪਾਂਡੇ। ਐਸਾ ਬ੍ਰਹਮ ਵਿਚਾਰ, ਤੂੰ ਨਾਮ ਹੀ ਪੜ, ਨਾਮ ਹੀ ਜਪ, ਨਾਮ ਹੀ ਸੁਚਮ ਹੈ। ਨਾਮ ਦੇ ਨਾਲ ਹੀ ਸਾਰੀਆਂ ਧਾਰਮਿਕ ਰੀਤੀਆਂ ਹੋ ਜਾਂਦੀਆਂ ਨੇ। ਅੱਗੇ ਚੱਲੀਏ ਜੀ, ਪਦਾ ਨੰਬਰ 4, ਭੋਜਨ ਭਾਓ ਭਰਮ ਭਉ ਭਾਗੈ, ਪਾਰੂਰਾ ਛਬ ਚੋਰ ਨਾ ਲਾਗੈ, ਤਿਲਕ ਲਿਲਾਟ ਜਾਣੈ ਪ੍ਰਭ ਏਕ, ਬੁਝੈ ਬ੍ਰਹਮ ਅੰਤਰ ਵਿਵੇਕ। ਹੁਣ ਇਹ ਜੋ ਸਾਡੇ ਸਾਹਮਣੇ ਲਿਖਿਆ ਹੈ, ਇਹ ਆਮ ਬੰਦੇ ਦੇ ਜਿਹੜੇ ਆ ਸਮਝ ਚੋਂ ਬਾਹਰ ਚਲ ਜਾਣੀ ਚੀਜ਼। ਹੁਣ ਇਹਨੂੰ ਲੇਮੈਨ ਲੈਂਗੁਏਜ ਆਪਾਂ ਖੋਲੀਏ ਗੁਰਬਾਣੀ ਦੇ ਨਾਲ। ਹੁਣ ਗੱਲ ਕੀ ਹੈ? ਭੋਜਨ ਭਾਓ ਭਰਮ ਭਉ ਭਾਗੈ। ਦੇਖੋ ਹਰ ਲਫ਼ਜ਼ ਹੀ ਭੱਬੇ ਤੋਂ ਸ਼ੁਰੂ ਹੋ ਰਿਹਾ। ਕੈਸਾ ਕਮਾਲ ਹੈ ਬਾਬੇ ਨਾਨਕ। ਪ੍ਰੇਮਾ ਭਗਤੀ ਦਾ ਭੋਜਨ ਹੀ ਮਾਇਆ ਦੀਆਂ ਭੁੰਟਣੀਆਂ ਦੂਰ ਕਰਦਾ ਹੈ। ਜਿਹੜਾ ਮਾਇਆ ਦੇ ਵਿੱਚ ਬਾਰ-ਬਾਰ ਅਸੀਂ ਫਸਦੇ ਹਾਂ, ਜਾ ਕੇ ਮਨ ਨੂੰ ਸਮਝਾਉਂਦੇ ਹਾਂ ਵੀ ਲੈ ਵੀ ਮੈਂ ਅੱਜ ਧਿਆਨ ਲਾ ਕੇ, ਮਨ ਲਾ ਕੇ ਪਾਠ ਕਰਨਾ ਹੈ, ਉਹ ਫੇਰ ਵਿਚਾਰ ਆਈ ਜਾਂਦੇ ਆ ਅੰਦਰ, ਫੇਰ ਕੋਈ ਨਾ ਕੋਈ ਖਿਆਲ ਆ ਗਿਆ, ਮਾਇਆ ਆ ਗਈ। ਉਹ ਕਹਿੰਦੇ ਆ ਵੀ ਪ੍ਰੇਮਾ ਭਗਤੀ ਦਾ ਭੋਜਨ ਹੀ ਮਾਇਆ ਦੀਆਂ ਭੁੰਟਣੀਆਂ ਦੂਰ ਕਰਦਾ।
ਇਹ ਬਾਰ-ਬਾਰ ਜਿਹੜੇ ਵਿਚਾਰ ਆਉਂਦੇ ਆ, ਬਾਰ-ਬਾਰ ਅਸੀਂ ਮਾਇਆ 'ਚ ਫਸਦੇ ਆ, ਇਹ ਪ੍ਰੇਮਾ ਭਗਤੀ ਨਾਲ ਜਾਣੇ ਆ। ਹੁਣ ਲਫ਼ਜ਼ ਅੱਗੇ ਆ ਰਿਹਾ ਹੈ ਪਾਰੂਰਾ। ਇਹ ਕਈ ਐਪਸ ਦੇ ਵਿੱਚ ਪਾਹਰੂ ਰਾਛਬ ਚੋਰ ਨਾ ਲੱਗ ਗਿਆ ਲਫ਼ਜ਼ ਆ ਰਿਹਾ ਹੈ। ਜਿਹੜੀ ਐਪ ਮੈਂ ਖੋਲੀ ਹੈ ਉਹਦੇ 'ਚ ਵੀ ਪਾਰੂ ਰਾਛਬ ਲਿਖਿਆ। ਇਹ ਲਫ਼ਜ਼ ਇੱਥੇ ਜਿਹੜੀ ਐਪ ਸਾਡੇ ਸਾਹਮਣੇ ਹੈ ਬਿਲਕੁਲ ਕਰੈਕਟ ਹੈ, ਪਾਰੂਰਾ। ਪਾਰੂਰਾ ਕੀ ਹੈ? ਹੁਣ ਛੱਬ ਚੋਰ ਨਾ ਲੱਗ ਗਿਆ। ਪ੍ਰਭੂ ਦਾ ਪਾਰੂਰਾ ਹੁੰਦਾ ਹੈ ਸਿਕਿਉਰਿਟੀ ਗਾਰਡ, ਪਹਿਰਾ ਦੇਣ ਵਾਲਾ। ਇਹ ਯਾਦ ਰੱਖਿਓ ਲਫ਼ਜ਼ ਪਾਰੂਰਾ, ਜਿਹੜਾ ਗਾਰਡ ਰੱਖਿਆ ਹੁੰਦਾ, ਸਿਕਿਉਰਿਟੀ ਗਾਰਡ, ਪਹਿਰਾ ਦੇਣ ਵਾਲਾ, ਪੈਰੀ। ਪ੍ਰਭੂ ਦਾ ਪ੍ਰਕਾਸ਼ ਗੁਰੂ ਦੀ ਕਿਰਪਾ ਨਾਲ ਹੋ ਜਾਵੇ ਤਾਂ ਪੰਜ ਚੋਰ ਨੇੜੇ ਨਹੀਂ ਆ ਸਕਦੇ। ਉਹ ਪਹਿਰਾ ਕਾਹਦਾ ਹੈ? ਪਾਰੂਰਾ ਛੱਬ ਚੋਰ ਨਾ ਲੱਗੈ। ਜਬਾ ਤੇਜ ਛੱਬ। ਪ੍ਰਭੂ ਦਾ ਪ੍ਰਕਾਸ਼ ਗੁਰੂ ਦੀ ਕਿਰਪਾ ਦੇ ਨਾਲ ਜੇ ਹੋ ਜੇ ਤਾਂ ਪੰਜ ਚੋਰ ਨੇੜੇ ਨਹੀਂ ਆ ਸਕਦੇ। ਤਿਲਕ ਲਿਲਾਟ ਜਾਣੇ ਪ੍ਰਭ ਏਕ। ਜਦੋਂ ਇੱਕ ਕਰਤੇ ਪੁਰਖ ਦੇ ਨਾਲ, ਇੱਕ ਰੱਬ ਦੇ ਨਾਲ, ਇੱਕ ਪ੍ਰਭੂ ਦੇ ਨਾਲ ਨੇੜਤਾ ਹੋ ਜਾਂਦੀ ਹੈ ਤਾਂ ਸਮਝੋ ਮੱਥੇ ਤੇ ਤਿਲਕ ਲੱਗਣ ਦੀ ਰਸਮ ਹੋ ਗਈ। ਇਹ ਪੰਜ ਚੀਜ਼ਾਂ ਪੂਰੀਆਂ ਹੋ ਗਈਆਂ ਬਾਹਮਣ ਦੀਆਂ। ਜਨੇਊ, ਧੋਤੀ, ਫੇਰ ਧੋਤੀ, ਕਿਉਂਕਿ ਦੋ ਧੋਤੀਆਂ ਨੇ, ਇੱਕ ਉਹ ਕੁਸ਼ਪਾਤੀ, ਤੇ ਪੰਜਵਾਂ ਆ ਗਿਆ ਤਿਲਕ। ਇਹ ਬਾਹਮਣ ਦੀਆਂ ਪੰਜ ਚੀਜ਼ਾਂ ਪੂਰੀਆਂ ਹੋ ਗਈਆਂ ਜੀ। ਪੰਜ ਧਾਰਮਿਕ ਚਿੰਨ੍ਹ ਉਹਦੇ ਮੁੱਖ ਜਿਹੜੇ। ਹੁਣ ਇਹ ਚੀਜ਼ ਨੂੰ ਸਮਝ ਲਿਓ। ਕਦੇ ਸਮਾਂ ਆਇਆ ਅੱਗੇ ਹੋਰ ਪਟਾਕੇ ਚੰਗੀ ਤਰ੍ਹਾਂ ਇਹਦੇ ਪਾਵਾਂਗੇ, ਲੇਕਿਨ ਇਸ ਤੋਂ ਅੱਗੇ ਨਹੀਂ ਮੈਂ ਬੋਲਣਾ, ਨਾ ਮੈਂ ਗੱਲ ਕਰਨੀ ਹੈ। ਇਹਨੂੰ ਹੁਣ ਸਮਝਣਾ ਹੈ ਆਪ, ਤੁਸੀਂ ਆਪਣੀ ਖੋਜ ਕਰਨੀ ਹੈ। ਕਿਉਂ ਵਿਦਵਾਨਾਂ ਨੂੰ ਅੱਜ ਕੱਲ ਕਿਤਾਬਾਂ ਲਿਖਣੀਆਂ ਪੈ ਰਹੀਆਂ ਵੀ ਸਿੱਖ ਵੀ ਨਿਗਲਿਆ ਗਿਆ। ਕੁਲਬੀਰ ਸਿੰਘ ਕੌੜਾ ਨੇ ਪੁਸਤਕ ਲਿਖੀ ਹੈ ਤੇ ਸਿੱਖ ਵੀ ਨਿਗਲਿਆ ਗਿਆ। ਪੜ੍ਹਿਓ ਕਦੇ ਟਾਈਮ ਲਾ ਕੇ, ਬਹੁਤੀ ਵੱਡੀ ਪੁਸਤਕ ਨਹੀਂ ਹੈ। ਭੋਜਨ ਭਾਓ ਭਰਮ ਭਉ ਭਾਗੈ, ਪਾਰੂਅਰਾ ਛੱਬ ਚੋਰ ਨਾ ਲੱਗੈ। ਪ੍ਰੇਮਾ ਭਗਤੀ ਦਾ ਭੋਜਨ ਹੀ ਮਾਇਆ ਦੀਆਂ ਭੁੰਟਣੀਆਂ ਦੂਰ ਕਰਦਾ ਹੈ। ਪ੍ਰਭੂ ਦਾ ਪ੍ਰਕਾਸ਼ ਕਰਤੇ ਪੁਰਖ ਦੀ ਕਿਰਪਾ ਨਾਲ ਪੰਜ ਚੋਰਾਂ ਨੂੰ ਨੇੜੇ ਨਹੀਂ ਆਉਣ ਦਿੰਦਾ। ਜਦੋਂ ਇੱਕ ਕਰਤੇ ਪੁਰਖ ਦੇ ਨਾਲ ਨੇੜਤਾ ਹੋ ਜਾਂਦੀ ਹੈ ਤਾਂ ਸਮਝੋ ਮੱਥੇ ਤੇ ਤਿਲਕ ਲੱਗਣ ਦੀ ਰਸਮ ਹੋ ਗਈ। ਤਿਲਕ ਲਿਲਾਟੇ ਜਾਣੈ ਪ੍ਰਭ ਏਕ। ਜਦੋਂ ਉਸ ਕਰਤੇ ਪੁਰਖ ਨਾਲ ਜਾਣ ਪਛਾਣ ਹੋ ਗਈ, ਮਿਲਾਪ ਹੋ ਗਿਆ, ਪ੍ਰਾਪਤੀ ਹੋ ਗਈ, ਤੇ ਮੱਥੇ ਤੇ ਤਿਲਕ ਵੀ ਲੱਗ ਗਿਆ। ਬੁਝੈ ਬ੍ਰਹਮ ਅੰਤਰ ਵਿਵੇਕ। ਹੁਣ ਜਦੋਂ ਇੱਕ ਪ੍ਰਭੂ ਨਾਲ ਨੇੜਤਾ ਹੋ ਜਾਂਦੀ ਹੈ ਤਾਂ ਸਮਝੋ ਮੱਥੇ ਤੇ ਤਿਲਕ ਦੀ ਰਸਮ ਹੋ ਗਈ। ਪਹੁੰਚੇ ਬੰਦੇ, ਤਿਲਕ ਲਾਉਣਾ ਵੀ ਇੱਕ ਧਾਰਮਿਕ ਰਸਮ ਹੈ। ਇਹ ਵੀ ਇੱਕ ਚੰਦਨ ਜਾਂ ਹੋਰ ਚੀਜ਼ਾਂ ਚ ਪਾਈਆਂ ਜਾਂਦੀਆਂ ਨੇ। ਇਹ ਹੈ ਕੀ ਅਸਲ ਚ? ਹੈ ਕੀ ਅਸਲ ਚ? ਬੁਝੈ ਬ੍ਰਹਮ ਅੰਤਰ ਵਿਵੇਕ। ਫਿਰ ਜਦੋਂ ਅੰਤਰਮੁਖੀ ਵਿਵੇਕ, ਵਿਵੇਕ ਦਾ ਮਤਲਬ ਹੁੰਦਾ ਹੈ ਗਿਆਨ। ਹਿੰਦੀ ਦਾ ਵੀ ਲਫ਼ਜ਼ ਹੈ ਵਿਵੇਕ, ਸੇਮ ਮੀਨਿੰਗ ਹੈ। ਬੁੱਧੀ, ਅਧਿਆਤਮਕ ਗਿਆਨ, ਵਿਵੇਕ। ਫਿਰ ਜਦੋਂ ਅੰਤਰਮੁਖੀ ਵਿਵੇਕ, ਅਧਿਆਤਮਕ ਗਿਆਨ ਆ ਜਾਂਦਾ ਹੈ ਤਾਂ ਸਮਝੋ ਰੱਬ ਨਾਲ ਨੇੜਤਾ ਹੋ ਗਈ। ਉਹ ਗਿਆਨ ਹੋ ਗਿਆ, ਰਸਤਾ ਪਤਾ ਚੱਲ ਗਿਆ, ਰੱਬ ਨਾਲ ਨੇੜਤਾ। ਸਾਡੇ ਕੋਲੇ ਮੈਪ ਆ ਗਿਆ ਵੀ ਇੱਥੋਂ ਮੈਂ ਚੱਲਣਾ ਤੇ ਇੱਥੇ ਪਹੁੰਚਣਾ, ਤੇ ਆਹ ਚੀਜ਼ਾਂ ਮੈਨੂੰ ਫੋਲੋ ਕਰਨੀਆਂ ਨੇ, ਕਰਨੀਆਂ ਪੈਣਗੀਆਂ। ਗੱਲ ਬਣ ਗਈ। ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਨੀ ਹੈ। ਕਿਸੇ ਦੀ ਅੱਜ ਬਣਨੀ ਹੈ, ਕਿਸੇ ਦੀ ਕੱਲ ਬਣਨੀ। ਇਹ ਪ੍ਰੇਮਾ ਭਗਤੀ ਕਰਨੀ ਪੈਣੀ ਹੈ। ਸ਼ਬਦ ਦਾ ਅਭਿਆਸ ਕਰਨਾ ਪੈਣਾ, ਨਾਮ ਜਪਣਾ ਪੈਣਾ। ਇਸ ਕਰਕੇ ਪਾਂਡੇ
ਤੂੰ ਵੀ ਆ ਛੱਡ ਜਿਹੜੇ ਕੰਮ ਕਰ ਰਿਹਾ ਆ ਧੋਤੀਆਂ ਧਾਤੀਆਂ ਚ ਰੱਖੀਆਂ ਦੋ ਆ ਹੋਰ ਛੱਲੇ ਛੁੱਲੇ ਪਾਈ ਫਿਰਦਾ ਤਿਲਕ ਕੱਢੀ ਫਿਰਦਾ ਉੱਤੇ ਮੱਥੇ ਦੇ ਤੂੰ ਰੱਬ ਦਾ ਨਾਮ ਜਪ ਇਹਦੇ ਵਿੱਚ ਹੀ ਸੁੱਚਮ ਆ ਗਈ ਹੈ ਇਹਦੇ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਗਈਆਂ ਹਾਥੀ ਦੇ ਪੈਰ 'ਚ ਸਾਰੇ ਪੈਰ ਆ ਗਏ ਅੱਗੇ ਚੱਲੀਏ ਜੀ ਨੰਬਰ 5 ਦੇ ਪਦੇ ਤੇ ਕਹਿੰਦੇ ਆਚਾਰੀ ਨਹੀਂ ਜੀਤਿਆ ਜਾਏ ਜਿਹੜੇ ਜਿਹੜੇ ਕਰਮ ਧਰਮ ਪਖੰਡ ਜੋ ਦਿਸੈ ਇਹ ਜਿਹੜੇ ਦਿਸਣ ਵਾਲੇ ਧਾਰਮਿਕ ਕਰਮ ਨੇ ਆਪਾਂ ਸੋਚਦੇ ਹਾਂ ਦਿਸਣ ਵਾਲੇ ਇਹਨੂੰ ਕਿਹਾ ਆਚਾਰੀ ਨਹੀਂ ਜੀਤਿਆ ਜਾਏ ਇਹ ਹੈ ਕਿ ਰਿਜ਼ਲਟ ਕੱਢ ਰਹੇ ਹੁਣ ਦੇਖੋ ਰਿਜ਼ਲਟ ਦੇ ਰਿਹਾ ਇੱਥੇ 5ਵੇਂ ਨੰਬਰ ਦੇ ਵਿੱਚ ਆ ਜੇ ਤੁਸੀਂ ਧਿਆਨ ਰੱਖੋ ਇੱਥੇ ਨਤੀਜਾ ਕੱਢਣ ਲੱਗੇ ਆ ਇਹ ਬ੍ਰਹਮ ਗਿਆਨ ਦਾ ਬਿਲਕੁਲ ਇਹ ਹੁਣ ਕਲੋਜ਼ ਹੋਣਾ ਸ਼ਬਦ ਕਹਿੰਦੇ ਆਚਾਰੀ ਨਹੀਂ ਜੀਤਿਆ ਜਾਏ ਕਰਮ ਕਾਂਡ ਦੇ ਨਾਲ ਮਨ ਨਹੀਂ ਜਿੱਤਿਆ ਜਾਣਾ ਨਹੀਂ ਜਿੱਤਿਆ ਜਾਣਾ ਨਾ ਹੀ ਜਿੱਤਿਆ ਜਾ ਸਕਦਾ ਪਾਠ ਪੜ੍ਹੈ ਨਹੀਂ ਕੀਮਤ ਪਾਏ ਪਾਠ ਕਰਕੇ ਵੀ ਕਰਤੇ ਪੁਰਖ ਦੀ ਵਿਸ਼ਾਲਤਾ ਦਾ ਪਤਾ ਨਹੀਂ ਲਾਇਆ ਜਾ ਸਕਦਾ ਕਰਮ ਕਾਂਡ ਕਰਕੇ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਪਾਠ ਕਰਕੇ ਵੀ ਪ੍ਰਭੂ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਅਸ਼ਟ ਦਸੀਂ 8 ਜਮਾ 18 18 ਪੁਰਾਣ ਤੇ 4 ਵੇਦ ਵੀ ਪ੍ਰਭੂ ਬਾਰੇ ਕੁਛ ਨਹੀਂ ਦੱਸ ਸਕੇ ਅਸ਼ਟ ਦਸੀ ਚੌਂ ਭੇਦ ਨਾ ਪਾਇਆ 18 ਪੁਰਾਣ 4 ਵੇਦਾਂ ਨੇ ਕੋਈ ਕਰਤੇ ਪੁਰਖ ਦਾ ਭੇਦ ਨਹੀਂ ਪਾਇਆ ਪਰ ਨਾਨਕ ਜੋਤ ਕਹਿੰਦੀ ਹੈ ਸਤਿਗੁਰੇ ਸਤਿਗੁਰ ਕਿਹੜਾ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਸਮਾਏ ਸਤਿਗੁਰ ਸ਼ਬਦ ਉਜਾਰੋ ਦੀਪਾ ਕਲੀਅਰ ਹੋ ਗਿਆ ਸਤਿਗੁਰ ਕੌਣ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਨੂੰ ਪਾ ਅੰਦਰ ਹੀ ਸਾਰਾ ਕੁਝ ਗਿਆਨ ਅੰਦਰ ਹੀ ਰਤਨ ਅੰਦਰ ਹੀ ਆਪਾਂ ਲਫ਼ਜ਼ ਕਲੀਅਰ ਕੀਤਾ ਸੱਚ ਖੰਡੇ ਡੱਡੇ ਨੂੰ ਸਿਹਾਰੀ ਉੱਥੇ ਹਿਰਦੇ ਦੇ ਵਿੱਚ ਹੀ ਅਕਾਲ ਪੁਰਖ ਪ੍ਰਮਾਤਮਾ ਦੇ ਪ੍ਰਕਾਸ਼ ਹੋਇਆ ਔਰ ਉੱਥੇ ਹੀ ਨਾਨਕ ਜੋਤ ਕਹਿੰਦੀ ਹੈ ਸਤਿਗੁਰੇ ਬ੍ਰਹਮ ਦਿਖਾਇਆ ਉਸ ਸਤਿਗੁਰ ਹੈ ਹੀ ਸ਼ਬਦ ਹੈ ਜਿਹਨੂੰ ਅਸੀਂ ਜਪਣਾ ਹੈ ਇੱਕ ਸ਼ਬਦ ਨੂੰ ਜਪਣਾ ਹੈ ਉਹਨੇ ਮੈਨੂੰ ਐਸ ਅਵਸਥਾ ਤੱਕ ਲਿਆ ਕੇ ਖੜਾ ਕਰ ਦਿੱਤਾ ਉਸ ਦੇ ਗੁਰਪ੍ਰਸਾਦ ਦੇ ਨਾਲ ਪ੍ਰਭੂ ਦੇ ਦਰਸ਼ਨ ਹੋਏ ਮਿਲਾਪ ਹੋਇਆ ਨੇੜਤਾ ਹੋ ਗਈ ਇੱਕ ਵਾਰੀ ਫੇਰ ਇਹ ਰਿਜ਼ਲਟ ਜਿਹੜਾ 5ਵਾਂ ਪਦਾ ਆਪਾਂ ਫੇਰ ਇਹਨੂੰ ਦੇਖ ਲਈਏ ਆਚਾਰੀ ਕਰਨ ਵਾਲੇ ਕੰਮਾਂ ਨਾਲ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਜਿਹੜੇ ਕਰਮ ਧਰਮ ਦਿਸਣ ਵਾਲੇ ਕਰਮ ਧਰਮ ਪਖੰਡ ਜੋ ਦਿਸੈ ਜਿਹੜੇ ਦਿਸਣ ਵਾਲੇ ਨੇ ਸਾਡੇ ਸਾਹਮਣੇ ਆਚਾਰੀ ਨਹੀਂ ਜੀਤਿਆ ਜਾਏ ਕਰਮ ਧਰਮ ਦੇ ਨਾਲ ਮਨ ਨਹੀਂ ਜਿੱਤਿਆ ਜਾ ਸਕਦਾ ਪਾਠ ਪੜ੍ਹੈ ਨਹੀਂ ਕੀਮਤੇ ਪਾਏ ਪਾਠ ਕਰਕੇ ਵੀ ਪ੍ਰਭੂ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਸ਼ਟ ਦਸੀ 10 ਜਮਾ 8 18 ਪੁਰਾਣ 4 ਤੇ 4 ਵੇਦ ਵੀ ਪ੍ਰਭੂ ਬਾਰੇ ਕੁਛ ਨਹੀਂ ਦੱਸ ਸਕੇ ਪਰ ਨਾਨਕ ਜੋਤ ਆਖਦੀ ਹੈ ਸਤਿਗੁਰੇ ਬ੍ਰਹਮ ਦਿਖਾਇਆ ਨਾਨਕ ਨੂੰ ਉਸ ਸ਼ਬਦ ਸਤਿਗੁਰ ਨੇ ਕਰਤੇ ਪੁਰਖ ਨਾਲ ਮਿਲਾਪ ਕਰਵਾ ਦਿੱਤਾ ਹੈ ਨੇੜਤਾ ਕਰਾ ਦਿੱਤੀ ਹੈ ਪਾਂਡੇ ਐਸਾ ਬ੍ਰਹਮ ਵਿਚਾਰ ਇਹ ਛੱਡ ਦੇ ਜਿਹੜੇ ਕਰਮ ਕਾਂਡ ਤੂੰ ਆਪ ਵੀ ਕਰ ਰਿਹਾ ਤੇ ਲੋਕਾਂ ਨੂੰ ਵੀ ਗਾਈਡ ਕਰ ਰਿਹਾ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਅਚਾਰ ਨਾਮ ਨਾਲ ਹੀ ਸੁਚਮਤਾਈ ਹੋਣੀ ਹੈ ਨਾਮ ਜਪ ਕੇ ਹੀ ਜਿੰਨੀਆਂ ਧਾਰਮਿਕ ਰਸਮਾਂ ਨੇ ਉਹ ਹੋ ਗਈਆਂ ਸਮਝੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।